ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਸ਼ਮੀਰ ਨੂੰ ਜਾ ਰਹੇ ਨੇ। ਰਸਤੇ ਦੇ ਵਿੱਚ ਇੱਕ ਪੰਡਤ ਮਿਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਪੰਡਤ ਜੀ ਕਿਤੇ ਪਾਣੀ ਹੈ? ਤੇ ਪੰਡਤ ਨੇ ਮਾਨੋ ਕਿ ਚੋਭ ਦੇ ਨਾਲ ਇਸ ਤਰ੍ਹਾਂ ਦੀ ਪ੍ਰਸ਼ੰਸਾ ਕੀਤੀ ਕਿ ਤੁਸੀਂ ਤੇ ਜਾਣੀ ਜਾਣੋ, ਤੁਸੀਂ ਤੇ ਹਰ ਇੱਕ ਜਗ੍ਹਾ ਦੇ ਗਿਆਤਾ ਹੋ, ਤੇ ਤੁਸੀਂ ਪਾਣੀ ਕਿਉਂ ਨਹੀਂ ਕੱਢ ਲੈਂਦੇ? ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਬਰਛੇ ਨੂੰ ਧਰਤੀ ਦੇ ਵਿੱਚ ਗੱਡਿਆ ਹੈ। ਪਾਣੀ ਦਾ ਪ੍ਰਵਾਹ ਚੱਲਿਆ ਹੈ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਪੁਨ ਸਤ ਗੁਰ ਹਿਤ ਫਰਸ਼ ਬਨਾਇਓ, ਗਿਲਮ ਗਲੀ ਚਾਰ ਉਚਰ ਡਸਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹਿਣ ਦੇ ਵਾਸਤੇ ਵਿਛਾਈ ਕੀਤੀ ਗਈ ਹੈ। ਇੱਕ ਚੰਗਾ ਜਿਹੜਾ ਗਲੀਚਾ ਹੈ ਨਾ, ਉਹ ਵਿਛਾ ਦਿੱਤਾ ਗਿਆ। ਦੇਖ ਬਿਪਰ ਬਿਸਮਿਓ ਡਰ ਪਾਇਓ, ਪਗ ਪੰਕਜ ਪਰ ਸੀਸ ਨਿਵਾਇਓ। ਜਦੋਂ ਪੰਡਤ ਨੇ ਇਸ ਤਰ੍ਹਾਂ ਦੀ ਹੈਰਾਨੀ ਵਾਲੀ ਗੱਲ ਵੇਖੀ ਤੇ ਬਹੁਤ ਹੀ ਜ਼ਿਆਦਾ ਡਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਆਣ ਕੇ ਡਿੱਗਿਆ। ਮਹਾਰਾਜ ਮੇ ਕਹਿਓ ਕਠੋਰਾ, ਜਾਤ ਗਰਭ ਅਫਰਿਓ ਚਿਤ ਮੋਰਾ। ਕੀਤੀ ਹੋਈ ਗਲਤੀ ਦੀ ਮਾਫੀ ਮੰਗਦਾ ਹੈ ਪੰਡਤ। ਕਹਿੰਦਾ, ਸੱਚੇ ਪਾਤਸ਼ਾਹ, हे ਮਹਾਰਾਜ, ਮੈਂ ਬਹੁਤ ਹੀ ਜ਼ਿਆਦਾ ਕਠੋਰ ਬੋਲਿਆ, ਸਖਤ ਬੋਲਿਆ। ਮਾਨੋ ਕਿ ਆਪਣੀ ਪੰਡਤਾਈ ਜਾਤੀ ਦੇ ਹੰਕਾਰ ਦੇ ਵਿੱਚ ਮੇਰਾ ਚਿੱਤ ਫਸਿਆ ਹੋਇਆ ਸੀ। ਮਹਿਮਾ ਜਾਣ ਬੂਝ ਸਭ ਰਾਵਰ, ਬਿਨ ਜੁਕਤ ਮੈਂ ਪਾਣਿਓ ਨਾ ਬਾਵਰ। ਕਹਿੰਦਾ, ਇਹ ਸੱਚੇ ਪਾਤਸ਼ਾਹ, ਮੈਂ ਤੁਹਾਡੀ ਵੱਡੀ ਮਹਿਮਾ ਨੂੰ ਜਾਣ ਨਹੀਂ ਸਕਿਆ। ਸੱਚੇ ਪਾਤਸ਼ਾਹ, ਬਿਨੇ ਦੇ ਸਮੇਤ, ਬੇਨਤੀ ਦੇ ਸਮੇਤ, ਸੱਚੇ ਪਾਤਸ਼ਾਹ, ਮੈਂ ਤੁਹਾਡੀ ਮਾਨੋ ਕਿ ਵਡਿਆਈ ਨੂੰ ਨਹੀਂ ਜਾਣਿਆ। ਮੈਂ ਬਾਵਰ ਹਾਂ, ਮੈਂ ਬੌਰਾ ਹਾਂ। ਸਤ ਗੁਰ ਸੁਣ ਕਰ ਧੀਰਜ ਦੀਨਾ, ਯਥਾ ਯੋਗ ਤੋਂ ਭਾਖਣ ਕੀਨਾ। ਜਦੋਂ ਪੰਡਤ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧੀਰਜ ਦਿੱਤਾ। ਕਹਿੰਦੇ ਨੇ, ਯਥਾ ਯੋਗ ਤੋਂ ਭਾਖਣ ਕੀਨਾ। ਯਥਾ ਯੋਗ, ਤੂੰ ਜੋ ਆਖਣਾ ਸੀ ਨਾ, ਉਹ ਆਖਿਆ। ਕਛੂ ਕਰੂਰਤਾ ਦੋਸ਼ ਜੇ ਪਾਇਓ, ਮਿਟਿਓ ਸੋ ਪਾਛੇ ਬਹੁ ਪਛਤਾਇਓ। ਸਤਿਗੁਰਾਂ ਨੇ ਆਖਿਆ ਕਿ ਜਿਹੜੀ ਕਰੂਰਤਾ ਹੈ, ਉਹਦਾ ਥੋੜਾ ਜਿਹਾ ਤੇਰੇ ਵਿੱਚ ਦੋਸ਼ ਹੈ। ਮਿਟਿਓ ਜੋ ਪਾਛੇ ਬਹੁ ਪਛਤਾਇਓ। ਤੇ ਉਹ ਜਿਹੜਾ ਕਰੂਰਤਾ ਦਾ ਦੋਸ਼ ਹੈ ਨਾ, ਉਹ ਵੀ ਤੇਰਾ ਪਛਤਾਵਾ ਕਰਨ ਦੇ ਉੱਤੇ ਮਿਟ ਗਿਆ। ਅਲਪ ਪਾਪ ਜੇ ਬਚਨ ਕਹਿਨ ਮੈਂ, ਨਸ਼ਟ ਕਰੇ ਬੇਸੂਰਨ ਮਨ ਮੈਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ
ਬਚਨ ਕੀਤਾ ਕਿ ਜੇਕਰ ਮੰਨੋ ਕਿ ਛੋਟਾ ਪਾਪ ਹੋਵੇ ਕਿਸੇ ਬਚਨ ਕਹਿਣ ਦੇ ਉੱਤੇ ਤੇ ਮੰਨੋ ਜੇਕਰ ਉਹ ਉਸ ਕੀਤੇ ਹੋਏ ਬਚਨ ਦਾ ਪਛਤਾਵਾ ਕਰ ਲੈਂਦਾ ਤੇ ਮੰਨੋ ਕਿ ਉਹ ਜਿਹੜਾ ਛੋਟਾ ਪਾਪ ਹੈ ਨਾ ਉਹ ਨਸ਼ਟ ਹੋ ਜਾਂਦਾ ਹੈ। ਜੇਕਰ ਮਨੁੱਖ ਇਸ ਗੱਲ ਨੂੰ ਪ੍ਰਵਾਨ ਕਰ ਲਵੇ ਕਿ ਮੈਂ ਗਲਤੀ ਕੀਤੀ ਹੈ, ਪਛਤਾਵੇ ਦੇ ਨਾਲ ਵੀ ਛੋਟਾ ਜਿਹੜਾ ਪਾਪ ਹੈ ਨਾ ਉਹ ਧੁੱਪ ਜਾਂਦਾ ਹੈ, ਉਹ ਲੱਥ ਜਾਂਦਾ। ਕੇਤਕ ਚਿਰ ਸਤ ਗੁਰ ਤਹਿ ਥਿਰੇ, ਸੋਚਾ ਚਾਰ ਚਮੂ ਪੁਨ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਰੁਕੇ ਨੇ। ਜਿਹੜੀ ਸਾਰੀ ਸੈਨਾ ਹੈ ਉਹ ਜੰਗਲ ਮੈਦਾਨ ਗਈ ਹੈ ਔਰ ਇਸ ਤੋਂ ਇਲਾਵਾ ਫਿਰ ਆਣ ਕੇ ਨਹਾਏ ਨੇ। ਨਿਕਸਿਓ ਜਲ ਸੋਈ ਸਭ ਲੀਨ, ਕਿਰਿਆ ਇਸ਼ਨਾਨ ਆਦ ਤਹਿ ਕੀਨ। ਉਹ ਜਿਹੜਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਾਣੀ ਨਿਕਲਿਆ ਹੈ ਉਹਦੇ ਨਾਲ ਇਹ ਮੰਨੋ ਕਿ ਸਾਰੀ ਜਿਹੜੀ ਇਸ਼ਨਾਨ ਪਾਣੀ ਦੀ ਕਿਰਿਆ ਹੈ ਉਹ ਸਾਰਿਆਂ ਨੇ ਕੀਤੀ। ਬਿਸਮੇਰ ਮੁਕੰਦ ਪਰਤਾਪੂ, ਪਰਮੇਸ਼ਰ ਬਾਪ ਪੁੰਨ ਨਾ ਪਾਪੂ। ਸਾਰੇ ਦੇ ਸਾਰੇ ਮੁਕਤੀ ਦੇ ਦਾਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਨੇ। ਸਾਰੇ ਦੇ ਸਾਰੇ ਕਹਿੰਦੇ ਨੇ ਕਿ ਪਰਮੇਸ਼ਰ ਦਾ ਸਰੀਰ ਨੇ ਔਰ ਮਾਨੋ ਨਾ ਇਹਨਾਂ ਨੂੰ ਪੁੰਨ ਹੈ ਔਰ ਨਾ ਹੀ ਇਹਨਾਂ ਨੂੰ ਕੋਈ ਪਾਪ ਹੈ। ਸ਼ਰਦਾ ਧਰੈ ਕਰੇ ਸਭ ਸੇਵਾ, ਪ੍ਰੇਮ ਸਹਿਤ ਦਰਸ਼ਨ ਗੁਰ ਦੇਵਾ। ਸ਼ਰਦਾ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਸੇਵਾ ਕਰਦੇ ਨੇ, ਪ੍ਰੇਮ ਦੇ ਸਹਿਤ ਸਾਰੇ ਗੁਰੂ ਦੇਵ ਜੀ ਦਾ ਦਰਸ਼ਨ ਕਰਦੇ। ਕਰਿਓ ਕੂਚ ਸਤ ਗੁਰੂ ਅਰੂੜੇ, ਗਮਨੇ ਪੰਥ ਚਲਤ ਜਿਨ ਗੂੜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ, ਉੱਥੋਂ ਅੱਗੇ ਜਾਣ ਨੂੰ ਤਿਆਰ ਹੋਏ ਨੇ। ਸਤਿਗੁਰੂ ਜੀ ਰਸਤੇ ਤੇ ਚੱਲ ਪਏ ਨੇ। ਕਵੀ ਜੀ ਲਿਖਦੇ ਨੇ, ਚਲਤ ਜਿਨ ਗੂੜੇ। ਜਿਨ੍ਹਾਂ ਸਤਿਗੁਰਾਂ ਦੇ ਮਾਨੋ ਕਿ ਚਰਿੱਤਰ ਬੜੇ ਗੂੜੇ ਨੇ, ਬੜੇ ਵੱਡੇ ਨੇ, ਉਹ ਚੱਲ ਪਏ। ਤਹਿ ਜਲ ਤੋ ਅਬ ਲੋ ਨਿਕਸਤ ਰਹਿ, ਹਮਨੇ ਸੁਣਿਓ ਗੁਰੂ ਸਿੱਖ ਕਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਜ ਤੱਕ ਵੀ ਉਹ ਜਿਹੜੀ ਜਗ੍ਹਾ ਹੈ ਨਾ ਬਹੁਤ ਜ਼ਿਆਦਾ ਮਸ਼ਹੂਰ ਹੈ। ਹੁਣ ਤੱਕ ਵੀ ਮੰਨੋ ਕਿ ਸਤਿਗੁਰਾਂ ਦੇ ਬਰਛੇ ਮਾਰਨ ਦੇ ਨਾਲ ਜਿਹੜਾ ਪਾਣੀ ਨਿਕਲਦਾ ਸੀ ਉਹ ਲਗਾਤਾਰ ਨਿਕਲਦਾ ਆ ਰਿਹਾ ਹੈ। ਹਮਨੇ ਸੁਣਿਓ ਗੁਰੂ ਸਿੱਖ ਕਹੈ। ਕਵੀ ਜੀ ਲਿਖਦੇ ਨੇ ਕਿ ਮੈਂ ਸੁਣਿਆ ਹੈ ਗੁਰੂ ਦੇ ਜਿਹੜੇ ਸਿੱਖ ਨੇ ਨਾ ਉਸ ਤੀਰਥ ਦੇ ਬਾਬਤ ਦੱਸਦੇ ਨੇ। ਸੰਪਾਦਕ ਨੇ 2-4 ਸਤਰਾਂ ਇਸ ਦੇ ਬਾਰੇ ਲਿਖੀਆਂ ਨੇ, ਉਹ ਮੈਂ ਤੁਹਾਡੇ ਸਾਹਮਣੇ ਅਰਜ਼ ਕਰਾਂਗਾ। ਸੰਪਾਦਕ ਜੀ ਲਿਖਦੇ ਨੇ ਕਿ ਚਪਰਾਹੜਪੁਰ ਪਿੰਡ ਸਿਆਲਕੋਟ ਤੋਂ 7-8 ਮੀਲ ਪੂਰਬ ਉੱਤਰ ਦੀ ਦਿਸ਼ਾ ਦੇ ਵੱਲ ਹੈ। ਇਸ ਤੋਂ 2 ਮੀਲ ਤੇ ਪਿੰਡ ਰਹਿਸਮਾ ਹੈ, ਜਿਸ ਤੋਂ 250 ਕਰਮ ਦੀ ਵਿੱਥ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਯਾਦਗਾਰ ਦੇ ਵਿੱਚ 2 ਗੁਰਦੁਆਰੇ ਨੇ, ਇੱਕ ਟਾਹਲੀ ਸਾਹਿਬ ਤੇ ਦੂਸਰਾ ਗੁਰੂਸਰ। ਸਰੋਵਰ ਜਿੱਥੋਂ ਬਰਛਾ ਮਾਰ ਕੇ ਜਲ ਕੱਢਿਆ ਸੀ ਉਹ ਹੁਣ ਵੀ ਉਸੇ ਤਰੀਕੇ ਦੇ ਨਾਲ ਮੌਜੂਦ ਹੈ। 6ਵੇਂ ਸਤਿਗੁਰਾਂ ਦੇ ਅਵਤਾਰ ਧਾਰਨ ਦੇ ਦਿਨ ਦੇ ਉੱਤੇ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਕਹਿਣ ਤੋਂ ਭਾਵ ਹੈ ਕਿ ਉੱਥੇ 2 ਗੁਰਦੁਆਰੇ ਨੇ ਔਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਤਰੀਕ ਨੂੰ ਅਵਤਾਰ ਧਾਰਨ ਕੀਤਾ ਸੀ ਉਸ ਦਿਨ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਉਹ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਭਾਗ ਭਰੀ ਦੇ ਪ੍ਰੇਮ ਨੇ ਖਿੱਚ ਕੀਤੀ, ਅੰਮ੍ਰਿਤ ਸਰੋਂ ਸਤਿਗੁਰੂ ਜੀ ਤਿਆਰ ਹੋਏ। ਕੁਝ ਲੈ ਕੇ ਨਾਲ ਅਸਵਾਰ ਚੁਣਵੇਂ, ਰੁੱਖ ਵੱਲ ਕਸ਼ਮੀਰ ਦੇ ਧਾਰ ਹੋਏ। ਸਿਆਲਕੋਟ ਤੋਂ ਲੰਘ ਚਪਰਾੜ ਪਹੁੰਚੇ, ਚਸ਼ਮਾ ਕਰ ਜਾਰੀ ਖੁਸ਼ੀ ਭਾਰ ਹੋਏ। ਹੋਏ ਖੁਸ਼ ਸਤਿਗੁਰੂ ਕਰਤਾਰ ਸਿੰਘਾ, ਵਿੱਚ ਰਾਹਾਂ ਦੇ ਸੈਰ ਸ਼ਿਕਾਰ ਹੋਏ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉੱਥੇ ਚਸ਼ਮਾ ਸਤਿਗੁਰਾਂ ਨੇ ਪੈਦਾ ਕੀਤਾ ਤੇ ਮਾਨੋ ਕਿ ਖੁਸ਼ੀ ਦੇ ਨਾਲ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੈਰ ਕਰਦੇ ਕਰਦੇ ਅਗਾਂਹ ਜਾ ਰਹੇ। ਜਾਏ ਪਹਾਰਨ ਬਿਖੈ ਪਰਵੇਸ਼ੇ,
ਅਨਕ ਭਾਂਤ ਜਹ ਬ੍ਰਿਛਨ ਬਸੇ ਸੇ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹਾੜਾਂ ਦੇ ਵਿੱਚ ਜਾ ਪ੍ਰਵੇਸ਼ੇ ਨੇ, ਜਿਨ੍ਹਾਂ ਪਹਾੜਾਂ ਦੇ ਵਿੱਚ ਮਾਨੋ ਕਿ ਅਨੇਕਾਂ ਕਿਸਮ ਦੇ ਜਿਹੜੇ ਵਿਸ਼ੇਸ਼ ਰੁੱਖ ਨੇ ਨਾ ਉਹ ਖੜੇ। ਦਾਰ ਮਜ਼ਰ ਦਾਲੂ ਤਹ ਖਰੇ ਫਲ ਬਹੁ ਮਦਰ ਤੁਰਸ਼ ਰਸ ਭਰੇ। ਕਵੀ ਜੀ ਲਿਖਦੇ ਨੇ ਕਿ ਅਨਾਰਾਂ ਦੇ ਬਹੁਤ ਸਾਰੇ ਬੂਟੇ ਨੇ, ਜਿਨ੍ਹਾਂ ਨੂੰ ਅਨਾਰ ਲੱਗੇ ਹੋਏ ਨੇ। ਫਲ ਬਹੁ ਮਦਰ ਤੁਰਸ਼ ਰਸ ਭਰੇ, ਬੜੇ ਮਿੱਠੇ ਫਲ ਵੀ ਨੇ ਔਰ ਮਾਨੋ ਕਿ ਖੱਟੇ ਫਲ ਵੀ ਨੇ। ਖਰੇ ਖਰੋਟ ਸੋ ਦਲ ਗਣ ਹਾਰੇ ਕਦਲੀ ਬਦਰੀ ਫਲ ਝਰ ਪਰੇ। ਇਸ ਤੋਂ ਇਲਾਵਾ ਅਖਰੋਟਾਂ ਦੇ ਬੂਟੇ ਨੇ, ਜਿਹੜੇ ਕਿ ਮਾਨੋ ਪੱਤਿਆਂ ਦੇ ਸਮੇਤ ਹਰੇ ਨੇ। ਕਦਲੀ ਬਦਰੀ ਫਲ ਝਰ ਪਰੇ। ਇਸ ਤੋਂ ਇਲਾਵਾ ਮਾਨੋ ਕਿ ਬੇਰੀਆਂ ਨੇ। ਇੱਥੇ ਬੇਰੀ ਤੋਂ ਭਾਵ ਹੈ ਉਨਾਬ ਤੋਂ। ਉਨਾਬ ਦੇ ਬੂਟੇ ਨੇ, ਫਲ ਝਰ ਪਰੇ। ਕਵੀ ਜੀ ਲਿਖਦੇ ਨੇ ਕਿ ਅਖਰੋਟ ਨੇ, ਜਿਹੜੇ ਕਿ ਹਰੇ ਪੱਤਿਆਂ ਦੇ ਸਮੇਤ ਨੇ। ਇਸ ਤੋਂ ਇਲਾਵਾ ਅਨਾਬਾਂ ਨੇ, ਔਰ ਜਿਹੜੀਆਂ ਉਨਾਬਾਂ ਨੇ ਨਾ ਮਾਨੋ ਕਿ ਬਹੁਤਾ ਜ਼ਿਆਦਾ ਉਹਨਾਂ ਨੂੰ ਫਲ ਲੱਗਿਆ ਹੋਇਆ ਤੇ ਮਾਨੋ ਫਲ ਡਿੱਗ ਡਿੱਗ ਪੈਂਦੇ ਨੇ, ਇੰਨੇ ਲੱਗੇ ਹੋਏ। ਜਹ ਕਹਿ ਦਿਖੀਤ ਮਹੀ ਰਹੋ ਭੀੜ ਸਰਲੀ ਉੱਚੇ ਬਹੁ ਥਲ ਚੀੜ। ਜਿੱਥੇ ਕਿਥੇ ਮਾਨੋ ਕਿ ਰੁੱਖਾਂ ਦੇ ਝੁੰਡ ਖਲੋਤੇ ਹੋਏ ਦਿਖਾਈ ਦਿੰਦੇ ਨੇ ਔਰ ਬਹੁਤ ਉੱਚੀਆਂ ਉੱਚੀਆਂ ਜਿਹੜੀਆਂ ਚੀਲਾਂ ਨੇ ਨਾ ਉਹਨਾਂ ਦੇ ਰੁੱਖ ਨੇ। ਸੇਲਾ ਪਹਾਰਨ ਕੀ ਜਹ ਨਾਨਾ ਕਿਤਵਾ ਹੜ ਖਰੇ ਗਨ ਖਰੇ ਪਖਾਨਾ। ਕਵੀ ਜੀ ਲਿਖਦੇ ਨੇ ਕਿ ਕਿਤੇ ਨਾਲੇ ਚੱਲਦੇ ਹਨ ਤੇ ਕਿਤੇ ਕਿਨਾਰੇ ਕਿਨਾਰੇ ਦੇ ਉੱਤੇ ਪੱਥਰ ਖੜੇ ਨੇ, ਉਹਨਾਂ ਦੇ ਲਾਗੋਂ ਦੇ ਸਤਿਗੁਰੂ ਜੀ ਲੰਘ ਰਹੇ। ਚਰਨੇ ਚਰੈ ਮਹਾ ਜਲ ਨਾਦਤ ਦੇਖਤ ਸਤਿਗੁਰ ਹੋਇਆ ਹੀ ਲਾਦਤ। ਪਹਾੜਾਂ ਦੇ ਵਿੱਚੋਂ ਮਾਨੋ ਕਿ ਝਰਨਿਆਂ ਦਾ ਪਾਣੀ ਜਦੋਂ ਥੱਲੇ ਡਿੱਗਦਾ ਹੈ, ਉਹਦੇ ਵਿੱਚੋਂ ਇੱਕ ਮਿੱਠੀ ਮਿੱਠੀ ਆਵਾਜ਼ ਪੈਦਾ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਝਰਨਿਆਂ ਨੂੰ ਵੇਖਦੇ ਨੇ ਔਰ ਮਾਨੋ ਕਿ ਉਹਨਾਂ ਦੀ ਆਵਾਜ਼ ਨੂੰ ਸੁਣਦੇ ਨੇ ਤੇ ਫਿਰ ਖੁਸ਼ ਹੁੰਦੇ ਨੇ। ਸਲਤਾ ਵਹਿ ਬੇਗ ਧਰ ਬ੍ਰਿੰਦਾ ਸੁੰਦਰ ਜਲ ਮਲਹੀਨ ਬਿਲੰਦਾ। ਪਹਾੜ ਦੇ ਵਿੱਚੋਂ ਜਿਹੜੀ ਨਹਿਰ ਵਗਦੀ ਹੈ, ਉਹਦਾ ਮਾਨੋ ਕਿ ਪਾਣੀ ਦਾ ਬੜਾ ਤੇਜ਼ ਪ੍ਰਵਾਹ ਹੈ ਤੇ ਪਾਣੀ ਇੰਨਾ ਸੁੰਦਰ ਹੈ ਕਿ ਮਾਨੋ ਜਿਹਦੇ ਵਿੱਚ ਕੋਈ ਵੀ ਮੈਲ ਨਹੀਂ ਹੈ, ਉਹਨੂੰ ਵੀ ਦੇਖਦੇ। ਬਰਫ ਸੁਫੈਦ ਚਹੋਂ ਦਿਸ਼ ਦਿਖੀਅਤ ਜਹਾਂ ਉਸ਼ਣ ਕੋ ਤਰਾਸ ਨਾ ਲਖੀਅਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਟੇ ਰੰਗ ਦੀ ਜਿਹੜੀ ਬਰਫ਼ ਹੈ ਉਹ ਚਾਰ ਸਫੇਰੇ ਦਿਖਾਈ ਦਿੰਦੀ ਹੈ। ਮਾਨੋ ਕਿ ਜਿੱਥੇ ਰਤਾ ਭਰ ਵੀ ਇਸ ਗੱਲ ਦਾ ਡਰ ਨਹੀਂ ਲੱਗਦਾ ਕਿ ਕਦੇ ਕੋਈ ਗਰਮੀ ਵੀ ਲੱਗੇ। ਸੇਓ ਬਟਾਂਕ ਬੇਲ ਅੰਗੂਰ ਫਲ ਸੁੰਦਰ ਗਣ ਸਵਾਦਤ ਪੂਰ। ਸੇਬ ਲੱਗੇ ਹੋਏ ਨੇ ਬੂਟਿਆਂ ਨੂੰ। ਇਸ ਤੋਂ ਇਲਾਵਾ ਮਾਨੋ ਕਿ ਬਟੰਕ ਨੇ, ਬੇਲ ਅੰਗੂਰ, ਅੰਗੂਰਾਂ ਦੀਆਂ ਜਿਹੜੀਆਂ ਵੇਲਾਂ ਨੇ ਉਹ ਵੀ ਮਾਨੋ ਕਿ ਫਲੀਆਂ ਹੋਈਆਂ ਨੇ। ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਸੁੰਦਰ ਫਲ ਨੇ, ਮਾਨੋ ਕਿ ਕਿਤੇ ਵੀ ਫਲਾਂ ਦੀ ਕੋਈ ਕਮੀ ਨਹੀਂ ਹੈ। ਜਿਹੜੀ ਛੋਟੀ ਨਾਖ ਹੁੰਦੀ ਹੈ ਉਹਨੂੰ ਬਟੰਕ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਉਹ ਜਿਹੜੀਆਂ ਛੋਟੀਆਂ ਨਾਖਾਂ ਨੇ ਉਹ ਵੀ ਲੱਗੀਆਂ ਹੋਈਆਂ। ਕਬ ਉੱਚੇ ਪਰਬਤ ਪਰ ਚਰੈ ਕਬ ਗਮਨਤ ਥਲ ਉਤਰਨ ਤਰੈ। ਕਦੇ ਮਾਨੋ ਕਿ ਪਹਾੜ ਦੀ ਉੱਚੀ ਚੜਾਈ ਆ ਜਾਂਦੀ ਹੈ, ਚੜਾਈ ਦੇ ਉੱਤੇ ਚੜਦੇ ਨੇ, ਤੇ ਕਦੇ ਮਾਨੋ ਕਿ ਪਰਬਤ ਤੋਂ ਥੱਲੇ ਆਉਣ ਦਾ ਰਸਤਾ ਹੈ, ਇਸ ਕਰਕੇ ਕਦੇ ਉਤਰਾਅ ਦੇ ਵੱਲ ਚੱਲਦੇ। ਇਮ ਸੈਲਨ ਕੀ ਸੈਲ ਬਿਸਾਲੇ ਕਰਤ ਸੋ ਮੰਦ ਮੰਦ ਮਗ ਚਾਲੇ। ਇਸ ਤਰੀਕੇ ਦੇ ਨਾਲ ਮਾਨੋ ਕਿ ਪਹਾੜਾਂ ਦੀ ਸੈਰ ਕਰਦੇ ਕਰਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਧੀਮੀ ਗਤੀ ਦੇ ਨਾਲ ਅੱਗੇ ਜਾ ਰਹੇ। ਸਿੱਖ ਜੋ ਤੇ ਪਹਾੜ ਨਿਵਾਸੀ ਜਿਤ ਕਿਤ ਸੁਣ ਕਰ ਸੁਧ ਸੁਖ ਰਾਸੀ। ਜਿਹੜੇ ਪਹਾੜਾਂ ਦੇ ਵਿੱਚ ਵਸਣ ਵਾਲੇ ਸਤਿਗੁਰਾਂ ਦੇ ਸਿੱਖ ਨੇ,
ਉਹ ਸਤਿਗੁਰਾਂ ਦੇ ਆਉਣ ਦੀ ਸੁੱਧ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਸੁਖਾਂ ਦੀ ਰਾਸ ਨੇ ਉਹਨਾਂ ਦੇ ਕੋਲ ਪਹੁੰਚਦੇ ਨੇ। ਰੁਚਿਰ ਉਪਾਇਨ ਲੈ ਲੈ ਆਏ, ਕਰ ਕਰ ਦਰਸ਼ਨ ਔਰ ਹਰ ਖਾਏ। ਪਹਾੜਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਉਹ ਮਾਨੋ ਕਿ ਤਰ੍ਹਾਂ ਤਰ੍ਹਾਂ ਦੀ ਭੇਟਾ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ ਔਰ ਮਾਨੋ ਕਿ ਗੁਰੂ ਜੀ ਦਾ ਦਰਸ਼ਨ ਕਰਕੇ ਖੁਸ਼ ਹੋਏ। ਉਚਿਤ ਖਾਨ ਕੇ ਆਦ ਬਿਸਾਲੇ, ਗੁਰ ਹਿਤ ਆਣ ਦੇਤ ਰਸ ਵਾਲੇ। ਸਤਿਗੁਰਾਂ ਦੇ ਛਕਣ ਦੇ ਵਾਸਤੇ ਜਿਹੜੇ ਸ੍ਰੇਸ਼ਟ ਫਲ ਨੇ ਉਹਨਾਂ ਨੇ ਲਿਆ ਕੇ ਰੱਖੇ ਨੇ। ਗੁਰ ਹਿਤ ਆਣ ਦੇਤ ਰਸ ਵਾਲੇ, ਜਿਹੜੇ ਬੜੇ ਹੀ ਰਸੀਲੇ ਤੇ ਸਵਾਦਮਈ ਫਲ ਨੇ ਪਹਾੜਾਂ ਦੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਕਣ ਦੇ ਵਾਸਤੇ ਦਿੱਤੇ ਗਏ। ਜਹ ਪਰਬਤ ਉਲੰਘੇ ਮਗ ਸਾਰਾ, ਸਮ ਸਥਾਨ ਪੁਣ ਚਾਰ ਨਿਹਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਸਾਰਿਆਂ ਪਰਬਤਾਂ ਨੂੰ ਪਹਾੜਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਲੰਘਿਆ ਹੈ। ਸਮ ਸਥਾਨ ਪੁਣ ਚਾਰ ਨਿਹਾਰਾ, ਇੱਕੋ ਜਿਹੀ ਅੱਗੇ ਪੱਧਰੀ ਜਗ੍ਹਾ ਆ ਗਈ। ਇੱਕ ਕੱਟੂ ਸਿੱਖ ਤਹਾਂ ਬਸੇ ਹੈ, ਵਾਹਿਗੁਰੂ ਰਸ ਹਿਰਦੈ ਰਸੇ ਹੈ। ਕਵੀ ਜੀ ਲਿਖਦੇ ਨੇ ਕਿ ਕੱਟੂ ਸਿੱਖ ਉੱਥੇ ਇੱਕ ਰਹਿੰਦਾ ਸੀ ਜਿਹੜਾ ਕਿ ਮਾਨੋ ਵਾਹਿਗੁਰੂ ਨਾਮ ਦਾ ਜਾਪ ਕਰਕੇ ਉਹਦੇ ਵਿੱਚੋਂ ਰਸ ਲੈਂਦਾ ਸੀ। ਆਗੇ ਮਿਲਿਓ ਸੋਦਾ ਸਾਰੇ ਆਏ, ਤਬ ਸਤਿਗੁਰ ਕੀ ਸੇਵ ਕਮਾਏ। ਕਵੀ ਜੀ ਲਿਖਦੇ ਨੇ ਕਿ ਕੱਟੂ ਪਹਿਲਾਂ ਵੀ ਸੁਦਾਸਰ ਦੇ ਵਿੱਚ ਭਾਵ ਕੇ ਅੰਮ੍ਰਿਤਸਰ ਦੇ ਵਿੱਚ ਆਣ ਕੇ ਸਤਿਗੁਰਾਂ ਨੂੰ ਮਿਲਿਆ ਸੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣ ਕੇ ਉਹਨੇ ਅੰਮ੍ਰਿਤਸਰ ਰਹਿ ਕੇ ਬਹੁਤੀ ਸੇਵਾ ਕੀਤੀ ਹੋਈ ਸੀ। ਆਤ ਸੁਹਿਰਦ ਪ੍ਰੇਮੀ ਗੁਰ ਕੇਰਾ, ਅੰਤਰ ਪ੍ਰਭੂ ਨਿਰੰਤਰ ਹੇਰਾ। ਮਾਨੋ ਕਿ ਬੜਾ ਸੁਹਿਰਦ ਸੀ। ਸੁਹਿਰਦ ਤੋਂ ਭਾਵ ਹੈ ਨੇਕ ਦਿਲ, ਬਹੁਤ ਨੇਕ ਦਿਲ ਇਨਸਾਨ ਸੀ ਕੱਟੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੱਡਾ ਪ੍ਰੇਮੀ ਸੀ ਔਰ ਮਾਨੋ ਕਿ ਅੰਤਰ ਪ੍ਰਭੂ ਨਿਰੰਤਰ ਹੇਰਾ, ਪ੍ਰਭੂ ਦੇ ਨਾਲ ਉਹਦੀ ਨਿਰੰਤਰ ਪ੍ਰੀਤ ਸੀ। ਕਿਰਪਾ ਕਟਾਸ਼ ਗੁਰੂ ਜਬ ਕੀਨਾ, ਹੱਥ ਅਗਿਆਨ ਰੂਪ ਲਖ ਲੀਨਾ। ਹੁਣ ਕਵੀ ਜੀ ਉਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕੱਟੂ ਸਤਿਗੁਰਾਂ ਦੇ ਹਜ਼ੂਰ ਸੀ, ਕਵੀ ਜੀ ਲਿਖਦੇ ਨੇ ਕਿ ਮੇਰ ਦੀ ਨਜ਼ਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਸ ਨੂੰ ਤੱਕਿਆ ਸੀ ਤੇ ਮਨ ਉਹਦਾ ਅਗਿਆਨ ਖਤਮ ਹੋ ਗਿਆ ਸੀ। ਜਿਹੜਾ ਰੂਪ ਹੈ ਨਾ ਪਰਮੇਸ਼ਰ ਦਾ ਉਹਨੇ ਜਾਣ ਲਿਆ ਸੀ। ਵਾਹਿਗੁਰੂ ਸਿਮਰਨ ਲਿਵ ਲਾਗੀ, ਲਖਿਓ ਬ੍ਰਹਮ ਹੋਏ ਗੁਰ ਅਨਰਾਗੀ। ਵਾਹਿਗੁਰੂ ਨਾਮ ਦੇ ਨਾਲ ਉਹਦੀ ਸੁਰਤੀ ਜੁੜ ਗਈ ਸੀ ਔਰ ਮਾਨੋ ਕਿ ਬ੍ਰਹਮ ਦੀ ਲਖਤਾ ਹੋ ਗਈ ਸੀ, ਗੁਰੂ ਦਾ ਪ੍ਰੇਮੀ ਹੋ ਗਿਆ ਸੀ। ਸੇਵਾ ਕਰਤ ਰਹਿਓ ਚਿਰ ਕਾਲ, ਲਖ ਸੁਬ੍ਰਿਤੀ ਸਤਿਗੁਰੂ ਕਿਰਪਾਲ। ਸੇਵਾ ਬਹੁਤ ਚਿਰ ਤੱਕ ਉਹਨੇ ਅੰਮ੍ਰਿਤਸਰ ਰਹਿ ਕੇ ਕੀਤੀ। ਕਿਰਪਾਲੂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੱਟੂ ਦੀ ਮਾਨੋ ਕਿ ਅਧਿਕ ਪ੍ਰੇਮ ਦੀ ਬਿਰਤੀ ਨੂੰ ਪਛਾਣਿਆ। ਕੱਟੂ ਸ਼ਾਹ ਨਾਮ ਤਿਸ ਕਹਿਓ, ਅਧਿਕ ਪ੍ਰੇਮ ਤਿਸ ਕੇ ਔਰ ਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕੱਟੂ ਦੇ ਮਨ ਦਾ ਵਧੇਰਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੀ ਹਾਲਤ ਦੇ ਵਿੱਚ ਉਸ ਦਾ ਨਾਮ ਕੱਟੂ ਤੋਂ ਕੱਟੂ ਸ਼ਾਹ ਰੱਖ ਦਿੱਤਾ। ਗ੍ਰਹਿ ਕੋ ਕਰਿਓ ਵਿਸਰਜਨ ਫੇਰ, ਕਾਲੀ ਕਾਲ ਸਤਿਗੁਰੂ ਹੇਰ। ਜਿਸ ਕੱਟੂ ਨੇ ਮਾਨੋ ਕਿ ਸੇਵਾ ਦੀ ਕਾਲਨਾ ਕੀਤੀ ਸੀ, ਉਸ ਨੂੰ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੱਟੂ ਸ਼ਾਹ ਨਾ ਕਹਿ ਕੇ ਪੁਕਾਰਿਆ ਤੇ ਉਸ ਨੂੰ ਘਰ ਦੇ ਵਿੱਚ ਵਿਦਾ ਕਰ ਦਿੱਤਾ। ਜਾਂ ਤੇ ਨਾਮ ਗਰੀਬ ਨਿਵਾਜਾ, ਗੁਰ ਕੋ ਜਗ ਕਹਿ ਰੰਗ ਕਰੋ ਰਾਜਾ। ਕਵੀ ਜੀ ਲਿਖਦੇ ਨੇ ਕਿ ਇਸੇ ਕਰਕੇ ਮਾਨੋ ਕਿ ਸਤਿਗੁਰਾਂ ਨੂੰ ਗਰੀਬ ਨਿਵਾਜ ਆਖਿਆ ਜਾਂਦਾ ਹੈ। ਮਾਨੋ ਕਿ ਗਰੀਬਾਂ ਨੂੰ ਨਿਵਾਜਦੇ ਨੇ
ਜਿਹੜਾ ਕੱਟੂ ਮਾਨੋ ਕਿ ਮਾਮੂਲੀ ਸਿੱਖ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਟੂ ਦੇ ਨਾਲ ਸ਼ਾਦ ਸ਼ਬਦ ਜੋੜ ਕੇ ਮਾਨੋ ਕਿ ਉਸ ਨੂੰ ਧਨਾੜ ਬਣਾ ਦਿੱਤਾ, ਵੱਡਾ ਕਰ ਦਿੱਤਾ। ਇਸੇ ਕਰਕੇ ਮਾਨੋ ਕਿ ਸਤਿਗੁਰਾਂ ਨੂੰ ਗਰੀਬ ਨਿਵਾਜ ਆਖਿਆ ਜਾਂਦਾ ਹੈ। ਰੰਗ ਕਰੋ ਰਾਜਾ, ਕੰਗਾਲਾਂ ਤੋਂ ਰਾਜੇ ਬਣਾ ਦਿੰਦੇ। ਮਿਲਿਓ ਆਏ ਲੈ ਫਲ ਬਹੁ ਸਵਾਦੂ, ਦਰਸ਼ਨ ਦੇਖਤ ਔਰ ਹੈ ਲਾਦੂ। ਹੁਣ ਜਦੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਸ਼ਮੀਰ ਦੇ ਵੱਲ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਮਾਨੋ ਕਿ ਫਿਰ ਕੱਟੂ ਸ਼ਾਹ ਆਣ ਕੇ ਮਿਲਿਆ ਹੈ। ਬੜੇ ਸੁੰਦਰ ਫਲ ਰਸਦਾਇਕਾਂ ਦੀ ਭੇਟਾ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖੀ। ਪੰਕਜ ਪਗ ਪਾਵਨ ਲਪਟਾਇਓ, ਜਲ ਆਨੰਦ ਲੋਚਨ ਝਲ ਕਾਇਓ। ਸਤਿਗੁਰਾਂ ਦੇ ਚਰਨ ਕਮਲਾਂ ਤੇ ਆਣ ਕੇ ਲਿਪਟਿਆ ਹੈ। ਮਾਨੋ ਕਿ ਪ੍ਰੇਮ ਦਾ ਜਿਹੜਾ ਪਾਣੀ ਹੈ ਨਾ, ਉਹ ਅੱਖਾਂ ਦੇ ਵਿੱਚੋਂ ਵਗਣ ਲੱਗਾ। ਹੇਰਤ ਸ੍ਰੀ ਹਰਿ ਗੋਬਿੰਦ ਕਹਿ, ਕੱਟੂ ਸ਼ਾਹ ਆਓ ਸੁਖ ਯਹਾਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੱਟੂ ਨੂੰ ਵੇਖ ਕੇ ਬਚਨ ਕੀਤਾ, ਕਹਿੰਦੇ ਨੇ ਆਓ ਭਾਈ ਕੱਟੂ ਸ਼ਾਹ, ਕੀ ਤੂੰ ਰਾਜੀ ਖੁਸ਼ੀ ਹੈ? ਸ੍ਰੀ ਗੁਰੂ ਜੀ ਤੋ ਦਰਸ਼ਨ ਹੇਰੇ, ਸੁਖ ਆਨੰਦ ਔਰ ਸੌ ਗੁਣ ਮੇਰੇ। ਕੱਟੂ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡਾ ਹੁਣ ਦਰਸ਼ਨ ਕਰ ਲਿਆ ਹੈ। ਸੁਖ ਆਨੰਦ ਦੇ ਪਹਿਲਾਂ ਵੀ ਬੜਾ ਸਾਂ, ਪਰ ਮਾਨੋ ਕਿ ਸੁਖ ਤੇ ਆਨੰਦ ਹੁਣ 100 ਗੁਣਾ ਵੱਧ ਗਏ। ਬੇਖਮ ਪੰਥ ਕਸ਼ਮੀਰ ਕਨੋ ਹੈ, ਗੁਰ ਸਿੱਖੀ ਬੇਸਤਰ ਸਨੋ ਹੈ। ਕੱਟੂ ਸ਼ਾਹ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਬੜਾ ਵਿਖੜਾ ਤੇ ਔਖਾ ਰਸਤਾ ਹੈ ਕਸ਼ਮੀਰ ਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਜਿਹੜੀ ਸਿੱਖੀ ਹੈ ਨਾ, ਇੱਥੇ ਬਹੁਤ ਹੀ ਜ਼ਿਆਦਾ ਪਸਰੀ ਹੋਈ ਹੈ, ਵਿਸਥਾਰ ਹੈ ਸਿੱਖੀ ਦਾ। ਜਾਣ ਆਪਣੇ ਦਾਸ ਕਨੇਰੇ, ਕਰਨ ਕਿਰਤਾਰਥ ਤਿਨ ਇਹ ਬੇਰੇ। ਕਹਿੰਦਾ ਹੈ ਕਿ ਆਪਣੇ ਦਾਸਾਂ ਨੂੰ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦਰਸ਼ਨ ਦੇਣ ਦੇ ਵਾਸਤੇ, ਉਹਨਾਂ ਨੂੰ ਨਿਹਾਲ ਕਰਨ ਦੇ ਵਾਸਤੇ ਤੁਸੀਂ ਇਸ ਵੇਲੇ ਪਹੁੰਚੇ ਹੋ। ਕਿਰਪਾ ਤਾਰ ਕੀ ਨਸ ਆਗਮਨੂ, ਵੱਡੇ ਭਾਗ ਪ੍ਰਾਪਤ ਪੇ ਭਵਨੂ। ਕਿਰਪਾ ਨੂੰ ਧਾਰਨ ਕਰਕੇ ਤੁਸੀਂ ਇੱਥੇ ਆਗਮਨ ਕੀਤਾ ਹੈ, ਇੱਥੇ ਆਏ ਹੋ। ਸਾਡੇ ਬਹੁਤ ਵੱਡੇ ਉੱਚੇ ਭਾਗ ਨੇ ਕਿ ਤੁਸੀਂ ਸਾਡੇ ਘਰ ਪਧਾਰੇ ਹੋ। ਇਤੇ ਆਦਿਕ ਕਹਿ ਕਰ ਸ਼ੁਭ ਬਾਣੀ, ਰਹਿਓ ਰਹਿਣ ਟਿਗ ਪ੍ਰੀਤ ਮਹਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਸਨੇ ਬੇਨਤੀਆਂ ਕੀਤੀਆਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਾਤ ਦੇ ਵੇਲੇ ਕੱਟੂ ਸ਼ਾਹ ਰੁਕਿਆ। ਆਪਰ ਅਨੇਕ ਸਿੱਖ ਚੱਲ ਆਏ, ਬੰਦਾਂ ਪਦ ਅਰਬਿੰਦ ਸੁਹਾਏ। ਜਦੋਂ ਰਾਤ ਦੇ ਵੇਲੇ ਸਤਿਗੁਰੂ ਜੀ ਉੱਥੇ ਟਿਕੇ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੇਮੀ ਸਿੱਖ ਸਨ, ਉਹ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ। ਯਥਾ ਜੋਗ ਸਗਲੇ ਸਨਮਾਨੇ, ਬਸੇ ਰਹਿਣ ਪੁਣ ਪ੍ਰਾਤ ਪਿਆਨੇ। ਯਥਾ ਯੋਗ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਸਨਮਾਨ ਕੀਤਾ। ਰਾਤ ਦੇ ਵੇਲੇ ਉੱਥੇ ਬਿਰਾਜੇ ਤੇ ਸਵੇਰ ਹੋਣ ਦੇ ਨਾਲ ਹੀ ਅੱਗੇ ਚੱਲ ਪਏ। ਕੱਟੂ ਸ਼ਾਹ ਬਿਸਰਜਣ ਕਰਿਓ, ਮਹਾ ਪ੍ਰੇਮ ਪਦ ਪਰ ਸਿਰ ਧਰਿਓ। ਕੱਟੂ ਸ਼ਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਦਾ ਕੀਤਾ ਹੈ। ਮਹਾ ਪ੍ਰੇਮ ਪਦ ਪਰ ਸਿਰ ਧਰਿਓ। ਵੱਡੇ ਪ੍ਰੇਮੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਸਿਰ ਧਰਿਆ। ਸਤਿਗੁਰ ਹਰ ਗੋਬਿੰਦ ਕਰ ਕੂਚ, ਪੁਰ ਵਿਸਾਲ ਟਿਗ ਜਾਏ ਪਹੁੰਚ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੂਚ ਕੀਤਾ, ਪੁਰ ਵਿਸਾਲ ਟਿਗ ਜਾਏ ਪਹੁੰਚ। ਮਾਨੋ ਕਿ ਵਿਸ਼ਾਲਪੁਰੀ ਦੇ ਵਿੱਚ ਪਹੁੰਚ ਗਏ ਨੇ। ਪੁਰ ਵਿਸਾਲ ਤੋਂ ਮਤਲਬ ਸ੍ਰੀਨਗਰ ਦਾ ਹੈ। ਸ੍ਰੀਨਗਰ ਪਹੁੰਚੇ ਨੇ। ਜਹਾਂ ਹੁਤੋ ਕਾਠੀ ਦਰਵਾਜਾ, ਕੀਓ ਪ੍ਰਵੇਸ਼ ਗਰੀਬ ਨਿਵਾਜਾ। ਜਿਹੜਾ ਕਾਠੀ ਦਰਵਾਜਾ ਹੈ, ਉਸ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਗਰੀਬ ਨਿਵਾਜ ਨੇ, ਉਹਨਾਂ ਨੇ ਪ੍ਰਵੇਸ਼ ਕੀਤਾ। ਕਾਠੀ ਦਰਵਾਜਾ ਸ਼ਹਿਰ ਦਾ ਨਹੀਂ ਹੈ,
पर हरि पर्वत उत्ते बने किले का दरवाजा है, जिस दे बाहर वार हुण तक गुरुद्वारा है, जिस नूं दरबार गुरु हरगोबिंद जी दा कहंदे ने। चौंकी भी उत्थे पई हुई है। इस तो इलावा मानो के संपादक दसदे ने कि माई भाग भरी दा इत्थे लागे ही घर सी। इस जगह दे उत्ते कवि जी अपने अध्याय की समाप्ति करके नवे अगले अध्याय का प्रारंभ करते हैं। पौर प्रवेशे प्रभुपुर, जिस थल दास आवास, तहां पहुंचे जाए कर पूरन बिरदायास। ग्रंथाकार भाई संतोख सिंह जी लिखते ने, उस दरवाजे दे राही अगे लंघे ने पुरी दे विच प्रवेश किया है, जिथे मानो के सतगुरां दे दासां दे घर ने। मानो के सारियां तो पहला उस भाग भरी माई नूं प्रसन्न करन दे वास्ते ओदे घर अगे चले। तिस करके दर खरे अगारी, सेवा दास सिख हितकारी। जिहड़ा के भाग भरी दा लड़का है, जिहदा नाम है सेवा दास, जिहड़ा के सतगुरां दा हितकारी है, उस दे घर दे दरवाजे दे अगे जाके खड़े हो गए। सुन तुरंग के खुर को खरका, निकस्यो वहर छोर दर घर का। जदों ही सेवा दास ने घोड़े दे पौड़ां दी आवाज नूं सुनिया ते काली दे नाल अपने घर नूं छड्ड के बाहर निकले। बाहर निकल के सेवा दास ने की देखिया है, खरे हेर श्री हरगोबिंद, कर मैं तोमर गहियो बिलंद। बाहर निकल के की देखिया सेवा दास ने कि सतगुरु हरगोबिंद सच्चे पातशाह जी दरवाजे ते खड़े ने, ते मानो के बहुत बड़ा एक बरछा सतगुरां ने हथ दे विच फड़िया होया। पग पंकज पर धर कर सिर को, पायो आनंद बिलंद उर को। काली दे नाल सेवा दास ने सतगुरु सच्चे पातशाह जी दे चरण कमलां दे उत्ते अपने सिर नूं धरिया है, ते मानो हिरदे दे विच बहुत ही ज्यादा आनंद वज्जा। कहंदा चिरंकाल की लगी उडीका, दरस्यो आज भाव तो जीका। कहंदा सच्चे पातशाह बहुत लंबे समय तो तुहाडी उडीक कर रहे सां, सच्चे पातशाह मन भाउंदी साडी गल कीती है कि आण के किरपा करके दर्शन दिते। गहर काब कर बिनय उतारे, ले गम न्यो निज गृह मजारे। रकाब तो फड़ के सतगुरु सच्चे पातशाह जी नूं बेनती दे समेत घोड़े तो थल्ले उतारिया है, ते फिर प्रेम दे नाल अपने घर दे विच अगे अगां लै गए। रुचिर प्रियंक निकास डसावा, निज माता को हरख सुनावा। सोना पलंग वेड़े दे विच ढा दिता है, बेनती करके ओदे उत्ते सतगुरां नूं बिठाया है। इस तो बाद अपनी माता नूं खुशी दे नाल जाके कहंदा हे बड़ भागन, दिन प्रति जाही, करत प्रतीखण चह चित माही। अपनी मां नूं उच्ची सारी कहंदा है, हे वड्डे भागां वालीए, दिन प्रति जेड़े सतगुरां दी उडीक करदी है, ਉਹ उडीक हुण मुक गई है। सतगुरु सच्चे पातशाह जी ने आण के दर्शन दिते। कृपा तार कर सो चल आए, नाम सखा सिखण बिद ताए। कहंदा माता जी कृपा नूं धारण करके ਉਹ सतगुरु जी साडे घर पहुंच गए ने, नाम सखा सिखण बिद ताए। मानो के सिखां दे सखा ने, सिखां दे मित्र ने, इस गल नूं सतगुरां ने प्रगट कीता है। कहंदा आखै भाग भरी शुभ तेरा, सार्थ भाग भरी अब हेरा। अपनी मां नूं सेवादास कहंदा है कि हे मां, तेरा नाम भाग भरी है, ते मानो के तेरा भाग भरी ना अज सार्थे हो गया है, भाव के अज तेरा नाम सफल हो गया। सुनत उठी बेह बल युत प्रेम, बल ही ना गुर हित किया नेम। कहंदा मां अज तेरा भाग भरी ना मानो के प्रगट हो गया, सफल हो गया, क्योंकि तू अज भागां दे नाल भर गई है। सतगुरां ने आण के तेरे घर दे विच भाग लाया है। सुनत उठी बेहबल युत प्रेम,
ਸੁਣ ਕੇ ਮਾਨੋ ਕਵੀ ਜੀ ਲਿਖਦੇ ਨੇ ਕਿ ਬਿਹਬਲ ਪ੍ਰੇਮ ਦੇ ਵਿੱਚ ਉੱਠੀ ਹੈ। ਬਲਹੀਨਾ ਗੁਰ ਹਿਤ ਕੀਆ ਨੇਮ, ਮਾਨੋ ਕਿ ਬਲ ਤੋਂ ਹੀਨੀ ਹੈ, ਕਿਉਂਕਿ ਗੁਰੂ ਦੇ ਹਿੱਤ ਦੇ ਵਾਸਤੇ ਉਹਨੇ ਇੱਕ ਨੇਮ ਕੀਤਾ ਸੀ, ਇੱਕ ਪ੍ਰਣ ਕੀਤਾ ਸੀ। ਇੱਕ ਤੋ ਬ੍ਰਿਦਾ ਬਿਤੀ ਬੈਕਨੀ, ਖਾਣ ਪਾਣ ਸੰਜਮ ਕੇ ਸਨੀ। ਕਵੀ ਜੀ ਲਿਖਦੇ ਨੇ ਕਿ ਇੱਕ ਤੇ ਬਹੁਤ ਜ਼ਿਆਦਾ ਭਾਗ ਭਰੀ ਬੁੱਢੀ ਸੀ, ਉਹਦੀ ਬਹੁਤ ਸਾਰੀ ਉਮਰਾਂ ਬੀਤ ਗਈ ਸੀ, ਤੇ ਦੂਸਰੇ ਪਾਸੇ ਉਹ ਖਾਣ ਪੀਣ ਦਾ ਵੀ ਬੜਾ ਸੰਜਮ ਰੱਖਦੀ ਸੀ, ਘੱਟ ਛਕਦੀ ਸੀ। ਚਿਤ ਨਿਰੰਤਰ ਅੰਤਰ ਔਰ ਕੋ, ਨਿਸ ਦਿਨ ਦਰਸ਼ਨ ਚਹਿ ਸਤ ਗੁਰ ਕੋ। ਲਗਾਤਾਰ ਆਪਣੇ ਚਿੱਤ ਨੂੰ ਨਿਰੰਤਰ ਸਤਿਗੁਰਾਂ ਦੇ ਵੱਲ ਜੋੜ ਕੇ ਰੱਖਦੀ ਸੀ, ਰਾਤ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਉਡੀਕ ਕਰਦੀ ਸੀ। ਕਵੀ ਜੀ ਲਿਖਦੇ ਨੇ, ਜਾਂ ਤੇ ਪ੍ਰੇਮ ਬਿਰਹਾ ਤੁਰ ਹੋਈ, ਸ਼ੀਗਰ ਨਹੀਂ ਉੱਠ ਸਕੀਆ ਸੋਈ। ਇਸ ਕਰਕੇ ਮਾਨੋ ਕਿ ਪ੍ਰੇਮ ਦੇ ਵਿੱਚ ਬਿਹਬਲ ਤੇ ਬਹੁਤ ਹੋਈ, ਬਿਰਹਾ ਦੇ ਆਤਰ ਤੇ ਬਹੁਤ ਹੋਈ, ਪਰ ਕਾਲੀ ਦੇ ਨਾਲ ਉਹ ਉੱਠ ਨਾ ਸਕੀ। ਸੁਤ ਕਰ ਪਕਰੇ ਅੰਗਣ ਆਈ, ਚਖਣ ਪਲਕ ਤੇ ਇੱਕ ਟਕ ਲਾਈ। ਕਾਲੀ ਦੇ ਨਾਲ ਭਾਗ ਭਰੀ ਤੋਂ ਆਵਾਜ਼ ਪੁੱਤਰ ਦੀ ਨੂੰ ਸੁਣ ਕੇ ਉੱਠਿਆ ਨਾ ਗਿਆ। ਉਸ ਵੇਲੇ ਸੇਵਾਦਾਸ ਨੇ ਆਪਣੀ ਮਾਂ ਨੂੰ ਹੱਥ ਤੋਂ ਫੜ ਕੇ, ਬਾਂਹ ਤੋਂ ਫੜ ਕੇ ਉਠਾਇਆ ਹੈ ਤੇ ਹੌਲੀ ਹੌਲੀ ਤੋਰ ਕੇ ਵਿਹੜੇ ਦੇ ਵਿੱਚ ਲਿਆਇਆ। ਚਖਣ ਪਲਕ ਤੇ ਇੱਕ ਟਿਕ ਲਾਈ, ਸਤਿਗੁਰਾਂ ਦਾ ਦਰਸ਼ਨ ਕੀਤਾ ਟਿਕਟਿਕੀ ਲਾ ਕੇ। ਗਦ ਗਦ ਭਈ ਨਾ ਬੋਲਿਓ ਜਾਈ, ਬਾਣੀ ਰਹੀ ਕੰਠ ਔਰ ਝਾਈ। ਭਾਗ ਭਰੀ ਪ੍ਰੇਮ ਦੇ ਨਾਲ ਇੰਨਾ ਗਦਗਦ ਹੋ ਗਈ ਹੈ ਕਿ ਮਾਨੋ ਗਲਾ ਰੁਕ ਗਿਆ ਹੈ, ਬੋਲਿਆ ਨਹੀਂ ਜਾਂਦਾ। ਜਿਹੜੀ ਆਵਾਜ਼ ਹੈ ਮਾਨੋ ਕਿ ਗਲੇ ਦੇ ਵਿੱਚ ਉਲਝ ਕੇ ਰਹਿ ਗਈ ਹੈ, ਭਾਵ ਕਿ ਆਵਾਜ਼ ਰੁਕ ਗਈ। ਸਨੇ ਸਮੀਪੀ ਹੋਏ ਹੋਏ, ਕਰ ਮੈਂ ਗਹਿ ਪਗ ਪੰਕਜ ਦੋਏ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚੀ ਹੈ, ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਆਪਣਾ ਸਿਰ ਧਰਿਆ। ਸਿਰ ਧਰ ਧਰ ਪਰ ਕਰ ਪ੍ਰਣਾਮਾ, ਦੇਖਤ ਪੁਣ ਸਰੂਪ ਅਬੀਰਾਮਾ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਬਾਰ-ਬਾਰ ਭਾਗ ਭਰੀ ਨੇ ਆਪਣੇ ਸੀਸ ਨੂੰ ਲਾਇਆ ਹੈ, ਪ੍ਰਣਾਮਾਂ ਕੀਤੀਆਂ ਨੇ, ਤੇ ਫਿਰ ਅੱਗੇ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਵੇਖਣ ਲੱਗੀ। ਬਰਛਾ ਆਪਣੇ ਨਿਕਟ ਗੜਾਇਓ, ਸੁਭ ਸ਼ਹਿਜਾ ਪਰ ਗੁਰੂ ਸਹਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਜਿਹੜਾ ਬਰਛਾ ਫੜਿਆ ਹੋਇਆ ਸੀ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੋਰ ਦੇ ਨਾਲ ਜ਼ਮੀਨ ਦੇ ਵਿੱਚ ਮਾਰ ਕੇ ਗੱਡ ਦਿੱਤਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਤੇ ਬੈਠ ਕੇ ਦਰਸ਼ਨ ਦੇ ਰਹੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਕਿਰਪਾ ਕੀਤੀ। ਉਧਰ ਮਾਈ ਦੇ ਪ੍ਰੇਮ ਨੇ ਖਿੱਚ ਕੀਤੀ, ਸ੍ਰੀ ਨਗਰ ਪਹੁੰਚੇ ਫੇਰ ਜਾਏ ਸਤਿਗੁਰ। ਲੰਘ ਕਾਠੀ ਦਰਵਾਜ਼ਿਓਂ ਗਏ ਅੰਦਰ, ਘੋੜਾ ਬੂਹੇ ਅੱਗੇ ਜਾ ਠਹਿਰਾਏ ਸਤਿਗੁਰ। ਸੇਵਾ ਦਾਸ ਬੇਟਾ ਭਾਗ ਭਰੀ ਦਾਸੀ, ਬਾਹਰ ਨਿਕਲਿਆ ਪੁੱਛ ਪੁਛਾਏ ਸਤਿਗੁਰ। ਅੰਦਰ ਜਾਏ ਕੇ ਮਾਤਾ ਨੂੰ ਦੱਸਿਓ ਸੂ, ਵੱਡੀ ਮਿਹਰ ਕਰਕੇ ਚੱਲ ਆਏ ਸਤਿਗੁਰ। ਕੌਣ ਮਾਈ ਦੀ ਖੁਸ਼ੀ ਦਾ ਅੰਤ ਪਾਵੇ, ਖੜ ਪਲੰਗ ਵਿਛਾ ਬਿਠਾਏ ਸਤਿਗੁਰ। ਫੇਰ ਸਹਿਜ ਸੁਭਾਵ ਕਰਤਾਰ ਸਿੰਘਾ, ਕਹਿੰਦੇ ਮਾਈ ਦੇ ਤਾਈ ਸੁਣਾਏ ਸਤਿਗੁਰ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਈ ਭਾਗ ਭਰੀ ਨੂੰ ਦਰਸ਼ਨ ਦਿੱਤੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਪਲੰਗ ਦੇ ਉੱਤੇ ਬੈਠੇ। ਕਿਤਕ ਸਮੇਂ ਮੈਂ ਧਰ ਕਰ ਧੀਰਾ, ਬੋਲੀ ਬਿਰਦਾ ਪ੍ਰੇਮ ਗਹੀਰਾ। ਥੋੜੀ ਦੇਰ ਤੋਂ ਬਾਅਦ ਮਾਨੋ ਕਿ ਭਾਗ ਭਰੀ ਨੇ ਧੀਰਜ ਨੂੰ ਧਾਰਨ ਕੀਤਾ ਹੈ, ਤੇ ਫਿਰ ਪ੍ਰੇਮ ਵੱਡੇ ਦੇ ਨਾਲ ਇਸ ਤਰ੍ਹਾਂ ਅਰਜ ਕਰਦੀ। ਸਤਿਗੁਰ ਸੰਗ ਲਗਨ ਜਿਸ ਲਾਗੀ,
ਸਭ ਰਸ ਤਿਆਗ ਦਰਸ ਅਨੁਰਾਗੀ। ਸਤਿਗੁਰਾਂ ਦੇ ਨਾਲ ਜਿਸ ਮਾਈ ਦੀ ਵੱਡੀ ਲਗਨ ਲੱਗੀ ਹੋਈ ਹੈ, ਜਿਨੇ ਮਾਨੋ ਕਿ ਸਾਰਿਆਂ ਰਸਾਂ ਨੂੰ ਤਿਆਗ ਦਿੱਤਾ ਹੈ ਔਰ ਕੇਵਲ ਦਰਸ਼ਨਾਂ ਦੀ ਅਨੁਰਾਗੀ ਹੈ, ਦਰਸ਼ਨਾਂ ਦੀ ਪ੍ਰੇਮਣ। ਤਿਸ ਕੋ ਨਿਸ਼ਚੈ ਪ੍ਰਾਪਤ ਹੋਏ, ਇਹ ਗਾਥਾ ਜਗ ਕਹਿ ਸਭ ਕੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹਦੀ ਲਿਵ ਸਤਿਗੁਰਾਂ ਦੇ ਨਾਲ ਜੁੜੀ ਹੁੰਦੀ ਹੈ, ਜਿਹੜਾ ਮਾਨੋ ਕਿ ਦਰਸ਼ਨਾਂ ਦਾ ਪ੍ਰੇਮੀ ਹੁੰਦਾ ਹੈ, ਉਹਨੂੰ ਨਿਸ਼ਚਿਤ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਿਲਦੀ ਹੈ। ਇਹ ਜਿਹੜੀ ਗਾਥਾ ਹੈ ਨਾ, ਸਾਰੀ ਦੁਨੀਆ ਕਹਿੰਦੀ। ਸੋ ਪ੍ਰਤੱਖ ਹੋਈ ਅਬ ਮੇਰੇ, ਸਿਰ ਸਤ ਗੁਰ ਤੁਮ ਦਰਸ਼ਨ ਹੇਰੇ। ਭਾਗ ਭਰੀ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਤੇ ਵੱਡੀ ਤੁਸੀਂ ਕਿਰਪਾ ਕੀਤੀ ਹੈ, ਆਣ ਕੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤੇ। ਕਹਿੰਦੀ ਹੈ ਹਉ ਵਾਰੀ ਹਉ ਸਦ ਬਲਹਾਰੀ, ਹਉ ਸਦਕੇ ਘੋਲੀ ਸਦਵਾਰੀ। ਮਾਈ ਕਹਿੰਦੀ ਹੈ ਮੈਂ ਵਾਰੀ ਜਾਨੀ ਹਾਂ, ਮੈਂ ਸਦ ਬਲਹਾਰ ਜਾਂਦੀ ਹਾਂ, ਮੈਂ ਸਦਕੇ ਘੋਲੀ ਹਮੇਸ਼ਾ 100 ਵਾਰੀ ਵਾਰਨੇ ਜਾਂਦੀ। ਗੂੰਦੀ ਫੂਲਣ ਮਾਲ ਬਿਸਾਲਾ, ਪਹਿਰਾਈ ਗੁਰ ਗਰ ਦੁੱਤ ਮਾਲਾ। ਮਾਨੋ ਕਿ ਬਹੁਤ ਵੱਡੀ ਫੁੱਲਾਂ ਦੀ ਇੱਕ ਮਾਲਾ ਮਾਈ ਨੇ ਗੁੰਦੀ ਹੈ, ਵੱਡੀ ਫੁੱਲਾਂ ਦੀ ਮਾਲਾ ਤਿਆਰ ਕੀਤੀ ਹੈ, ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ। ਕਰੋ ਪੂਜਨਾ ਗ੍ਰਹਿ ਮਜਾਰਾ, ਤੁਮ ਹਿਤ ਜਹਾਂ ਸਥਾਨ ਸੁਧਾਰਾ। ਮਾਈ ਭਾਗ ਭਰੀ ਸਤਿਗੁਰਾਂ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਤੁਹਾਡੇ ਹਿੱਤ ਦੇ ਵਾਸਤੇ ਇੱਕ ਜਗ੍ਹਾ ਨੂੰ ਸੁਧਾਰ ਕੇ ਰੱਖਿਆ ਹੈ, ਮੈਂ ਉੱਥੇ ਰੋਜ਼ ਹੀ ਤੁਹਾਡੀ ਪੂਜਾ ਕਰਦੀ ਹਾਂ। ਧਿਆਨ ਧਾਰ ਕਰ ਘਰ ਪਹਿਰਾਵੋ, ਭਾਈ ਸਫਲ ਅਬ ਦਰਸ਼ਨ ਪਾਵੋ। ਕਹਿੰਦੇ ਹੈ ਕਿ ਧਿਆਨ ਨੂੰ ਧਾਰਨ ਕਰਕੇ ਮੈਂ ਰੋਜ਼ ਹੀ ਤੁਹਾਡੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਅਰਪਣ ਕਰਦੀ ਹਾਂ। ਭਾਈ ਸਫਲ ਅਬ ਦਰਸ਼ਨ ਪਾਵੋ, ਤੇ ਅੱਜ ਮਾਨੋ ਕਿ ਤੁਹਾਡਾ ਦਰਸ਼ਨ ਕਰਕੇ ਮੈਂ ਸਫਲ ਹੋ ਗਈ। ਸੁਣ ਬੋਲੇ ਸ੍ਰੀ ਹਰਿ ਗੋਬਿੰਦ, ਕਰਿਓ ਪ੍ਰੇਮ ਤੇ ਬਸੀ ਬਿਲੰਦ। ਸੁਣ ਕੇ ਭਾਗ ਭਰੀ ਦੀ ਬੇਨਤੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਕਰਿਓ ਪ੍ਰੇਮ ਤੇ ਬਸੀ ਬਿਲੰਦ, ਤੂੰ ਆਪਣੇ ਵੱਡੇ ਪ੍ਰੇਮ ਦੇ ਨਾਲ ਹੇ ਮਾਈ ਸਾਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਮਮ ਹਿਤ ਬਸਤਰ ਸੁਧਾਰਿਓ ਨੀਕਾ, ਨਿਸ ਦਿਨ ਕਰ ਅਨੁਰਾਗਤ ਜੀ ਕਾ। ਸਤਿਗੁਰਾਂ ਨੇ ਆਖਿਆ ਕਿ ਸਾਡੇ ਹਿੱਤ ਦੇ ਵਾਸਤੇ ਜਿਹੜਾ ਤੂੰ ਬਸਤਰ ਤਿਆਰ ਕਰਕੇ ਰੱਖਿਆ ਹੋਇਆ ਹੈ, ਰਾਤ ਦਿਨ ਜਿਹਨੂੰ ਮਾਨੋ ਕਿ ਬੜੇ ਅਨੁਰਾਗ ਦੇ ਨਾਲ ਤੂੰ ਤਿਆਰ ਕੀਤਾ ਹੈ। ਸੋ ਮੈਂ ਪਹਿਰਨ ਹਿਤ ਚੱਲ ਆਇਓ, ਅਪਰਨ ਅੰਬਰ ਮੋਹੇ ਸੁਹਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਪੁਸ਼ਾਕ ਤੂੰ ਸਾਡੇ ਵਾਸਤੇ ਤਿਆਰ ਕੀਤੀ ਹੋਈ ਹੈ, ਮੈਂ ਤੇ ਉਹਨੂੰ ਪਹਿਨਣ ਦੇ ਵਾਸਤੇ ਹੇ ਮਾਤਾ ਇੱਥੇ ਚੱਲ ਕੇ ਆਇਆ ਹਾਂ। ਅਪਰਨ ਅੰਬਰ ਮੋਹੇ ਸੁਹਾਇਓ। ਹੋਰ ਮਾਨੋ ਕਿ ਕੋਈ ਵੀ ਪੁਸ਼ਾਕ ਮੈਨੂੰ ਹੁਣ ਚੰਗੀ ਨਹੀਂ ਲੱਗਦੀ। ਸੁਣ ਬਿਸਮਤ ਚਿਤਵੈ ਕਰ ਕਹਿਓ, ਨਹੀਂ ਤੁਮਰੇ ਇਹ ਅਸਚਰਜ ਲਹਿਓ। ਸੁਣ ਕੇ ਬਹੁਤ ਹੀ ਜ਼ਿਆਦਾ ਮਾਤਾ ਚਕਰਤ ਹੋਈ ਹੈ ਤੇ ਸਤਿਗੁਰਾਂ ਨੂੰ ਕਹਿੰਦੀ ਹੈ ਨਹੀਂ ਤੁਮਰੋ ਇਹ ਅਸਚਰਜ ਲਹਿਓ। हे ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਕੋਈ ਤੁਸੀਂ ਮਾਨੋ ਕਿ ਅਸਚਰਜ ਗੱਲ ਨਹੀਂ ਕੀਤੀ। ਕਰਤੇ ਰਹੇ ਸਦਾ ਇਸ ਭਾਂਤੀ, ਨਹੀਂ ਵਿਚਾਰੋ ਜਾਤ ਕੋ ਜਾਤੀ। ਸਤਿਗੁਰਾਂ ਨੂੰ ਕਹਿੰਦੀ ਹੈ ਕਿ ਮਾਨੋ ਹਮੇਸ਼ਾ ਤੁਸੀਂ ਦਾਸਾਂ ਦੇ ਉੱਤੇ ਇਸੇ ਤਰ੍ਹਾਂ ਦੀ ਕਿਰਪਾ ਕਰਦੇ ਰਹੇ ਹੋ, ਨਹੀਂ ਵਿਚਾਰੋ ਜਾਤ ਕੋ ਜਾਤੀ। ਮਾਨੋ ਕਿਸੇ ਦੀ ਉੱਚੀ ਜਾਂ ਛੋਟੀ ਜਾਤ ਦੀ ਤੁਸੀਂ ਕੋਈ ਪਰਵਾਹ ਨਹੀਂ ਕਰਦੇ। ਇਸਤਰੀ ਪੁਰਖ ਨ ਧਨ ਗੁਣ ਕੋਈ, ਪ੍ਰੇਮ ਹਿਰਦੈ ਹੋਏ ਪਰਖੋ ਸੋਈ। ਜਾਤ ਕੁਜਾਤ, ਇਸਤਰੀ ਪੁਰਸ਼ ਤੇ ਧਨ ਗੁਣ ਆਦਿ ਦੀ ਕੋਈ ਵੀ ਨਹੀਂ ਤੁਸੀਂ ਸੱਚੇ ਪਾਤਸ਼ਾਹ ਵਿਚਾਰ ਕਰਦੇ, ਸਿਰਫ ਇੱਕ ਪ੍ਰੇਮ ਨੂੰ ਦੇਖਦੇ ਹੋ ਤੇ ਪ੍ਰੇਮ ਨੂੰ ਪਰਖ ਕੇ ਦਰਸ਼ਨ ਦਿੰਦੇ ਹੋ। ਨਾਹਿ ਤਮੈ ਮਤਿ ਮੰਦ ਮਲੀਨੀ, ਧਨ ਗੁਣ ਸਕਲ ਭਾਂਤ ਤੇ ਹੀਨੀ। ਨਹੀਂ ਤੇ ਕਹਿੰਦੀ ਹੈ ਮੈਂ ਤੇ ਖੋਟੀ ਬੁੱਧੀ ਵਾਲੀ, ਮੈਂ ਤੇ ਬੜੀ ਮਲੀਨ, ਜਿਹਦੇ ਕੋਲ ਨਾ ਧਨ ਹੈ
ਨਾ ਕੋਈ ਚੰਗਾ ਗੁਣ ਹੈ। ਹਰ ਇੱਕ ਪੱਖ ਤੋਂ ਸੱਚੇ ਪਾਤਸ਼ਾਹ ਮੈਂ ਹੀਣੀ ਸਾਂ। ਜੇਕਰ ਤੁਸੀਂ ਇਹਨਾਂ ਚੀਜ਼ਾਂ ਦੀ ਪਰਖ ਕਰਦੇ ਤੇ ਕਦੇ ਵੀ ਮੈਨੂੰ ਦਰਸ਼ਨ ਨਾ ਦਿੰਦੇ, ਭਾਵ ਕਿ ਤੁਸੀਂ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਕਰਦੇ। ਵੇਖਮ ਪੰਥ ਜਹ ਬ੍ਰਿੰਦ ਪਹਾਰਨ, ਸਭ ਉਲਾਂਗ ਪਹੁੰਚੇ ਜਿਸ ਕਾਰਨ। ਇੰਨੇ ਵੱਡੇ ਪਹਾੜਾਂ ਦੇ ਰਸਤੇ ਵਿਖੜੇ ਨੂੰ ਤੈਅ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਮੇਰੇ ਵਾਸਤੇ ਤੁਸੀਂ ਪਹੁੰਚੇ। ਸਿੱਖ ਪ੍ਰਿਆ ਬਿਰਦ ਆਪ ਕੋ ਸੱਚ ਇਮ, ਭਗਤ ਵਸ਼ਲ ਤੁਮ ਰੂਪ ਬਿਸ਼ਨ ਜਿਮ। ਇਹ ਬਿਰਦ ਆਪ ਦਾ ਸੱਚਾ ਹੈ ਕਿ ਸਿੱਖਾਂ ਦੇ ਪਿਆਰੇ ਹੋ, ਭਗਤ ਵਸ਼ਲ ਹੋ, ਤੁਮ ਰੂਪ ਬਿਸ਼ਨ ਜਿਮ, ਤੁਸੀਂ ਮਾਨੋ ਕਿ ਵਿਸ਼ਨੂੰ ਭਗਵਾਨ ਦਾ ਸਰੂਪ ਹੋ। ਮੋਹ ਪਤਤ ਕੋ ਪਾਵਨ ਕੀਨਾ, ਦੀਨਨ ਪਰ ਕਰੁਣਾ ਰਸ ਪੀਨਾ। ਮੈਨੂੰ ਪਤਿਤ ਨੂੰ ਤੁਸੀਂ ਪਾਵਨ ਕਰ ਦਿੱਤਾ ਹੈ, ਪਵਿੱਤਰ ਕਰ ਦਿੱਤਾ ਹੈ। ਮਾਨੋ ਕਿ ਦੀਨਾਂ ਦੇ ਉੱਤੇ ਤੁਸੀਂ ਮਾਨੋ ਹਮੇਸ਼ਾ ਦਇਆ ਕਰਦੇ ਹੋ, ਮਿਹਰ ਕਰਦੇ ਹੋ। ਕਹਾਂ ਆਪ ਕੀ ਸਤਤ ਬਖਾਨੋ, ਅਲਪਮਤੀ ਕੁਛ ਕਹਿ ਨਹੀਂ ਜਾਨੋ। ਮਾਤਾ ਭਾਗਪਰੀ ਕਹਿੰਦੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਕਿਵੇਂ ਤੁਹਾਡੀ ਉਸਤਤੀ ਨੂੰ ਬਿਆਨ ਕਰ ਸਕਦੀ ਹਾਂ। ਮੇਰੀ ਤੇ ਬਹੁਤ ਜ਼ਿਆਦਾ ਛੋਟੀ ਮੱਤ ਹੈ, ਮੈਨੂੰ ਕੁਝ ਕਹਿਣਾ ਨਹੀਂ ਆਉਂਦਾ। ਆਦਮ ਉਦਾਹਰਨ ਨਾਮ ਤੁਮਾਰਾ, ਇਹ ਇੱਕ ਮੈਨੀ ਕੇ ਨਿਰ ਧਾਰਾ। ਕਹਿੰਦੀ ਹੈ ਮੈਂ ਤੇ ਇੱਕੋ ਸਿਰਫ ਗੱਲ ਜਾਣਦੀ ਹਾਂ, ਇੱਕੋ ਗੱਲ ਦੇ ਉੱਤੇ ਮੇਰੀ ਪ੍ਰਤੀਤ ਹੈ ਕਿ ਪਾਪੀਆਂ ਦਾ ਉਧਾਰ ਕਰਨ ਵਾਲਾ ਤੁਹਾਡਾ ਨਾਮ ਹੈ। ਦੇਖੋ ਪ੍ਰੇਮ ਇੱਕ ਨਰ ਹੋਏ ਨਾਰੀ, ਗਤ ਸੁਭਾਉ ਕੋ ਮਹਿਦ ਵਿਚਾਰੀ। ਭਾਵੇਂ ਕੋਈ ਇਸਤਰੀ ਹੋਵੇ, ਭਾਵੇਂ ਕੋਈ ਪੁਰਖ ਹੋਵੇ, ਤੁਸੀਂ ਉਸਦੇ ਪ੍ਰੇਮ ਨੂੰ ਦੇਖਦੇ ਹੋ। ਗਤ ਸੁਭਾਈ ਕੀ ਮਹਿਦ ਵਿਚਾਰੀ, ਆਪ ਜੀ ਦੇ ਸੁਭਾਵ ਦੀ ਦਸ਼ਾ ਬੜੀ ਉੱਚੀ ਮੈਂ ਵਿਚਾਰੀ। ਕਹਿੰਦੀ ਹੈ ਨੌ ਨਿਧ ਸਿੱਧਨ ਸਭ ਕੋ ਸੁਆਮੀ, ਪੋਖਣ ਕਰੋ ਸਰਵਤਰ ਜਾਮੀ। ਕਹਿੰਦੀ ਹੈ ਕਿ 9 ਨਿਧਾਂ 18 ਸਿੱਧੀਆਂ ਹਰ ਇੱਕ ਸ਼ਕਤੀ ਦੇ ਤੁਸੀਂ ਮਾਲਕ ਹੋ, ਪੋਖਣ ਕਰਦੇ ਹੋ ਸਦਾ ਅੰਤਰਜਾਮੀ। ਕਿਆ ਇੱਕ ਬਸਤਰ ਨਹੀਂ ਸੋਨੀਕਾ, ਤਿਸ ਹਿਤ ਸਿਰ ਸੋਡੀ ਕੁਲ ਟੀਕਾ। ਕਹਿੰਦੀ ਹੈ ਕਿ ਨਿਮਾਣਾ ਕੀ ਮੇਰਾ ਇੱਕ ਕੱਪੜਾ ਸੀ ਜਿਹਦਾ ਮੈਂ ਤੁਹਾਡੇ ਵਾਸਤੇ ਚੋਲਾ ਸੀਵਿਆ, ਜਿਹੜਾ ਕਿ ਮਾਨੋ ਵਧੀਆ ਕੋਈ ਕੱਪੜਾ ਵੀ ਨਹੀਂ ਹੈ। ਪਰ ਇਹ ਸੋਢੀ ਕੁਲ ਦੇ ਤਿਲਕ ਮਰਤ ਸਤਿਗੁਰੂ ਜੀ, ਤੁਸੀਂ ਉਹਨੂੰ ਪਹਿਨਣ ਦੇ ਵਾਸਤੇ ਪਹੁੰਚੇ। ਪੰਥ ਬਿਖਮ ਕੋ ਲਾਂਗ ਤੇ ਆਏ, ਮੁਝ ਜੀਵਤ ਕੋ ਦਰਸ ਦਿਖਾਏ। ਬੜੇ ਵੱਡੇ ਵਿਖੜੇ ਪੈਂਡੇ ਨੂੰ ਲੰਘ ਕੇ ਸੱਚੇ ਪਾਤਸ਼ਾਹ ਆਏ ਹੋ, ਮਾਨੋ ਕਿ ਜਿਉਂਦਿਆਂ ਜੀ ਮੈਨੂੰ ਆਣ ਕੇ ਦਰਸ਼ਨ ਦਿੱਤਾ। ਇਮ ਕਹਿ ਹੋਤ ਵਾਰ ਨੇ ਹਿਤ ਸੋ, ਕਰੀ ਪ੍ਰਕਰਮਾ ਹਰਖਤ ਚਿਤ ਸੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਮਾਤਾ ਭਾਗਪਰੀ ਨੇ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਨੇ, ਵਾਰਨੇ ਗਈ ਹੈ ਤੇ ਸਤਿਗੁਰਾਂ ਦੀਆਂ ਪ੍ਰਕਰਮਾਂ ਕੀਤੀਆਂ। ਤ੍ਰਿਪਤ ਨਾ ਹੋਤ ਬਿਲੋਚਨ ਲੋਚਨ, ਨਿਤ ਚਿਤਵਤ ਸੋਚਨ ਕਰ ਮੋਚਨ। ਮਾਨੋ ਕਿ ਅੱਖਾਂ ਜਿਹੜੀਆਂ ਨੇ ਉਹ ਦਰਸ਼ਨ ਕਰਕੇ ਤ੍ਰਿਪਤ ਨਹੀਂ ਹੁੰਦੀਆਂ, ਰੱਜਦੀਆਂ ਨਹੀਂ ਹਨ। ਨਿਤ ਚਿਤਵਤ ਸੋਚਨ ਕਰ ਮੋਚਨ, ਮਾਨੋ ਕਿ ਸੋਚਾਂ ਦੇ ਦੂਰ ਕਰਨ ਵਾਲੇ ਨੂੰ ਨਿਤ ਚਿਤਵਨਾ ਕਰਦੀ ਸੀ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਅਰਥ ਇਸ ਤਰ੍ਹਾਂ ਲੱਗ ਸਕਦਾ ਹੈ ਕਿ ਸੋਚਾਂ ਨੂੰ ਦੂਰ ਕਰਕੇ ਚਿਤਵਦੀ ਸੀ। ਅੰਤਰ ਜਾਏ ਬਸਤਰ ਕੋ ਲਿਆਈ, ਜਿਸ ਪਰ ਅਦਕ ਸੁਗੰਧ ਸਿੰਚਾਈ। ਅੰਦਰ ਜਾ ਕੇ ਸਤਿਗੁਰਾਂ ਦੇ ਵਾਸਤੇ ਜਿਹੜਾ ਉਸਨੇ ਬਸਤਰ ਤਿਆਰ ਕੀਤਾ ਸੀ, ਉਸ ਨੂੰ ਲੈ ਕੇ ਆਈ ਹੈ, ਜਿਹਦੇ ਉੱਤੇ ਮਾਨੋ ਕਿ ਬਹੁਤ ਜ਼ਿਆਦਾ ਸੁਗੰਧੀ ਵਾਲੀਆਂ ਚੀਜ਼ਾਂ ਦਾ ਛਿੜਕਾਅ ਕੀਤਾ ਹੋਇਆ। ਬਿਰਦਾ ਨੇ ਸੋ ਜਾਮਾ ਲੀਨ, ਨਿਜ ਕਰ ਤੇ ਪਹਿਰਾਵਨ ਕੀਨ। ਬਿਰਦ ਮਾਤਾ ਭਾਗਪਰੀ ਨੇ ਸਤਿਗੁਰਾਂ ਦੇ ਜਾਮੇ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੈ ਤੇ ਫਿਰ ਆਪਣੇ ਹੱਥਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਪਹਿਨਾਇਆ। ਹੇਰ ਹੇਰ ਸਤਿਗੁਰ ਕੀ ਦੁਤ ਕੋ, ਸੁਤ ਜੁਤ ਕਰਤ ਆਨੰਦਤ ਚਿਤ ਕੋ। ਦੇਖ ਦੇਖ ਕੇ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਖੁਸ਼ ਹੋ ਰਹੀ ਹੈ।
ਸਮੇਤ ਆਪਣੇ ਪੁੱਤਰ ਸੇਵਾਦਾਸ ਦੇ। ਹਮ ਰੰਕਣ ਕੇ ਘਰ ਗੁਰ ਆਏ, ਸੇਵਤ ਸੁਰ ਨਰ ਜਿਹ ਸਮੁਦਾਏ। ਕਹਿੰਦੀ ਹੈ ਕਿ ਸਾਡੇ ਕੰਗਾਲਾਂ ਦੇ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਨੂੰ ਮੰਨੋ ਕਿ ਸੁਰਗ ਦੇ ਦੇਵਤੇ ਵੀ ਲੋਚਦੇ ਨੇ, ਪਰ ਸਤਿਗੁਰੂ ਜੀ ਨੇ ਵੱਡੀ ਆਣ ਕੇ ਕਿਰਪਾ ਕੀਤੀ। ਸਭ ਸੰਗਤ ਮੇ ਪਸਰੀ ਬਾਤ, ਬਿਰਦਾ ਬਸਤਰ ਕਰਿਓ ਜੋ ਕਾਤ। ਸਾਰੀ ਸੰਗਤ ਦੇ ਵਿੱਚ ਇਹ ਗੱਲ ਪਸਰ ਗਈ ਹੈ ਕਿ ਬਿਰਧ ਮਾਤਾ ਭਾਗ ਭਰੀ ਨੇ ਸਤਿਗੁਰਾਂ ਦੇ ਵਾਸਤੇ ਜਿਹੜੀ ਪੁਸ਼ਾਕ ਤਿਆਰ ਕੀਤੀ ਸੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਣ ਕੇ ਪਹਿਨੇ। ਤਿਸ ਪਹਿਰਨ ਕੋ ਗੁਰ ਚਲ ਆਏ, ਸੋ ਜਾਮਾ ਅਬ ਘਰ ਪਹਿਰਾਏ। ਸਾਰਿਆਂ ਦੇ ਵਿੱਚ ਇਹ ਗੱਲ ਪਸਰੀ ਹੈ ਕਿ ਜਿਹੜਾ ਭਾਗ ਭਰੀ ਨੇ ਚੋਲਾ ਤਿਆਰ ਕੀਤਾ ਸੀ, ਉਹਨੂੰ ਪਹਿਨਣ ਦੇ ਵਾਸਤੇ ਸਤਿਗੁਰੂ ਜੀ ਆਏ ਨੇ ਤੇ ਹੁਣ ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦੇ ਗਲ ਦੇ ਵਿੱਚ ਉਸਨੇ ਉਹ ਜਾਮਾ ਪਹਿਨਾ ਦਿੱਤਾ। ਹੇਰ ਹੇਰ ਕਰ ਆਪਸ ਮਾਹੀ, ਭਾਗ ਬ੍ਰਿਦਾ ਕੇ ਅਦਕ ਸਰਾਹੀ। ਦੇਖ ਦੇਖ ਕੇ ਆਪਸ ਦੇ ਵਿੱਚ ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਭਾਗ ਭਰੀ ਮਾਤਾ ਬਿਰਧ ਦੀਆਂ ਬਹੁਤ ਜ਼ਿਆਦੀਆਂ ਸ਼ਲਾਘਾ ਦੀਆਂ ਗੱਲਾਂ ਕਰਦੇ ਨੇ। ਪੁਣ ਬਿਰਦਾ ਨਿਰਮਲ ਜਲ ਲੀਨੇ, ਪਦ ਅਰਬਿੰਦ ਪਖਾਰਨ ਕੀਨੇ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਨਿਰਮਲ ਜਲ ਆਪਣੇ ਹੱਥ ਦੇ ਵਿੱਚ ਭਾਗ ਭਰੀ ਨੇ ਲਿਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਨੂੰ ਧੋਤਾ। ਸੋਲੇ ਜਬ ਆਪਣੇ ਮੁਖ ਡਾਰਾ, ਦਿਵ ਦ੍ਰਿਸ਼ਟ ਹੋਈ ਲਖ ਸਾਰਾ। ਚਰਨਾ ਅੰਮ੍ਰਿਤ ਲੈ ਕੇ ਜਦੋਂ ਹੀ ਆਪਣੇ ਮੂੰਹ ਦੇ ਵਿੱਚ ਭਾਗ ਭਰੀ ਨੇ ਪਾਇਆ ਤੇ ਮਾਨੋ ਕਿ ਦਿਵ ਦ੍ਰਿਸ਼ਟ ਹੋ ਗਈ ਹੈ, ਸਾਰ ਤੇ ਅਸਾਰ ਦਾ ਪਤਾ ਲੱਗ ਗਿਆ, ਭਾਵ ਕੇ ਤਤ ਰੂਪ ਨੂੰ ਜਾਣ ਕੇ ਦ੍ਰਿਵ ਦ੍ਰਿਸ਼ਟੀ ਹੋ ਗਈ। ਰੂਪ ਵਾਸਤਵ ਆਤਮ ਜਾਨਾ, ਔਰ ਆਨੰਦ ਅੰਤਰ ਲਗ ਧਿਆਨਾ। ਵਾਸਤਵ ਰੂਪ ਦੀ ਜਾਣਕਾਰੀ ਹੋ ਗਈ ਹੈ, ਆਤਮਾ ਦੇ ਰੂਪ ਨੂੰ ਪਛਾਣ ਲਿਆ ਹੈ, ਹਿਰਦੇ ਦੇ ਵਿੱਚ ਲਗਾਤਾਰ ਆਨੰਦ ਦਾ ਧਿਆਨ ਵੱਜ ਗਿਆ। ਬਰਖ ਸੈ ਕਰੇ ਸਾਧੈ ਜੋਗ, ਭਾਈ ਜੋਗ ਅਸ ਪਹੁੰਚਣ ਲੋਗ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਸੈਂਕੜੇ ਵਰਿਆਂ ਦੇ ਤਪ ਦੀ ਸਾਧਨਾ ਕਰਕੇ ਜਿੱਥੇ ਜੋਗੀ ਪਹੁੰਚਦੇ ਨੇ, ਜੋਗ ਦੇ ਵੱਡੇ ਅਭਿਆਸ ਨੂੰ ਕਰਕੇ ਭਾਈ ਜੋਗ ਅਸ ਪਹੁੰਚਣ ਲੋਗ, ਮਾਨੋ ਕਿ ਐਸੇ ਲੋਕ ਦੇ ਵਿੱਚ ਪਹੁੰਚਣ ਦੇ ਲਾਇਕ ਹੋ ਗਈ ਹੈ ਭਾਗ ਭਰੀ। ਸਭ ਕਰ ਮੇ ਉਠ ਕਰ ਛਿਰਕਾਇਓ, ਪੁਣਾ ਪੁੱਤਰ ਕੋ ਪਾਣ ਕਰਾਇਓ। ਸਤਿਗੁਰਾਂ ਦੇ ਚਰਨਾਂ ਨੂੰ ਧੋ ਕੇ ਉਹ ਜਿਹੜਾ ਚਰਨਾ ਅੰਮ੍ਰਿਤ ਸੀ, ਪਹਿਲਾਂ ਉਸ ਨੂੰ ਆਪ ਪੀਤਾ ਹੈ, ਫਿਰ ਸਾਰੇ ਘਰ ਦੇ ਵਿੱਚ ਉਸ ਜਲ ਦਾ ਛਿੜਕਾਅ ਕੀਤਾ ਹੈ ਤੇ ਫਿਰ ਸੇਵਾਦਾਸ ਆਪਣੇ ਪੁੱਤਰ ਨੂੰ ਉਹ ਚਰਨਾ ਅੰਮ੍ਰਿਤ ਪਿਆਇਆ। ਡੇਰਾ ਸਭ ਹਿਨ ਕੋ ਕਰਵਾਏ, ਖਾਣ ਪਾਣ ਹਿਤ ਸਕਲ ਪੁਚਾਏ। ਯਥਾ ਜੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰਿਆਂ ਸਿੱਖਾਂ ਸੇਵਕਾਂ ਦਾ ਡੇਰਾ ਲਵਾਇਆ ਤੇ ਖਾਣ ਪਾਣ ਦੇ ਵਾਸਤੇ ਸਭ ਕੁਝ ਪਹੁੰਚਾਇਆ। ਸ੍ਰੀ ਸਤਿਗੁਰ ਕੀ ਸੇਵਾ ਸਾਰੀ, ਆਪਣੇ ਹਾਥ ਕਰੀ ਹਿਤਕਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਾਰੀ ਜਿਹੜੀ ਸੇਵਾ ਸੀ ਆਪਣੇ ਹੱਥਾਂ ਦੇ ਨਾਲ ਹਿੱਤ ਨੂੰ ਲਾ ਕੇ ਕੀਤੀ। ਨਿਸਾ ਬਿਖੇ ਸੁਭ ਸੇਜ ਬਿਲੰਦ, ਪੌਡੇ ਸਤਿਗੁਰ ਹਰਗੋਬਿੰਦ। ਰਾਤ ਦੇ ਵੇਲੇ ਸੁੰਦਰ ਵੱਡੀ ਸੇਜਾ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਿਰਾਜੇ। ਦੇਸ਼ ਸਰਬ ਕਸ਼ਮੀਰ ਮਝਾਰੀ, ਗੁਰੂ ਆਵਗਣ ਸੁਧ ਬਿਸਤਾਰੀ। ਸਾਰੇ ਕਸ਼ਮੀਰ ਦੇ ਵਿੱਚ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੀ ਜਿਹੜੀ ਖਬਰ ਹੈ ਨਾ, ਉਹ ਪਸਰ ਗਈ। ਜਹ ਕਹਿਤੇ ਇਕੱਤਰ ਹੋਏ ਆਏ, ਭਾਈ ਪ੍ਰਾਤ ਪਹੁੰਚੇ ਸਮੁਦਾਏ। ਮਾਨੋ ਕਿ ਜਿੱਥੋਂ ਕਿੱਥੋਂ ਮਿਲ ਕੇ ਬਹੁਤ ਸਾਰੇ ਇਕੱਤਰ ਹੋ ਗਏ ਨੇ। ਸਵੇਰ ਹੋਣ ਦੇ ਨਾਲ ਮਾਨੋ ਕਿ ਸਤਿਗੁਰਾਂ ਦੇ ਕੋਲ ਬਹੁਤ ਸਾਰੀ ਸੰਗਤਾਂ ਦੀ ਭੀੜ ਜੁੜ ਗਈ।
ਮਦਰ ਮਹਾਫਲ ਮੂਲ ਬਿਲੰਦ, ਗੁਰਹਿਤ ਲਿਆਵਤ ਕਰਤ ਆਨੰਦ। ਮਾਨੋ ਕਿ ਬਹੁਤ ਹੀ ਜ਼ਿਆਦਾ ਮਿੱਠੇ ਤੇ ਸ੍ਰੇਸ਼ਟ ਜਿਹੜੇ ਫਲ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸੰਗਤ ਲੈ ਕੇ ਆਉਂਦੀ। ਹੋਏ ਪਰੇਸ਼ਾਨ ਹਮ ਤੇ ਫਲ ਖਾਵੇਂ, ਜਨਮ ਸਫਲਤਾ ਛਿਨ ਮੈਂ ਪਾਵੇਂ। ਸਾਰਿਆਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਹੈ ਕਿ ਪ੍ਰਸੰਨ ਹੋ ਕੇ ਸਾਡੇ ਫਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਨੀ ਲਾਏ ਕਰਨ, ਉਹਨਾਂ ਨੂੰ ਛਕਣ, ਤਾਂ ਕਿ ਸਾਡਾ ਜਿਹੜਾ ਜਨਮ ਹੈ ਨਾ ਉਹ ਸਫਲ ਹੋ ਜਾਵੇ। ਕਾਨੇ ਸਿਓਲੇ ਕਰ ਰੰਗ ਲਾਲ, ਗੋਛੇ ਅੰਗੂਰਨ ਕੇਰ ਵਿਸਾਲ। ਬਹੁਤ ਸਾਰੇ ਲਾਲ ਰੰਗ ਦੇ ਜਿਹੜੇ ਸੇਬ ਨੇ ਉਹ ਲੈ ਕੇ ਸੰਗਤਾਂ ਆਈਆਂ ਨੇ। ਇਸ ਤੋਂ ਇਲਾਵਾ ਗੁੱਛਿਆਂ ਦੇ ਗੁੱਛੇ ਅੰਗੂਰਾਂ ਦੇ ਭੇਟ ਕੀਤੇ। ਸਿੱਖਿਆਨ ਕਰਨ ਭਾਵਨਾ ਪੂਰਨ, ਸਤਿਗੁਰ ਅਚਹਿਰ ਫਲ ਰੂਰਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੀ ਭਾਵਨਾ ਨੂੰ ਪੂਰੀਆਂ ਕਰਨ ਦੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਫਲਾਂ ਨੂੰ ਥੋੜਾ ਥੋੜਾ ਛਕਦੇ ਨੇ। ਅਪਰਿਆਨ ਸਿਧ ਹੇਤ ਰਸੋਈ, ਚੌਂ ਦਿਸ਼ ਤੇ ਆਣਤ ਸਭ ਕੋਈ। ਫਲਾਂ ਤੋਂ ਇਲਾਵਾ ਜਿਹੜਾ ਅੰਨ ਹੈ, ਮਾਨੋ ਕਿ ਖਾਣਾ ਹੈ ਜਿਹੜਾ, ਉਹ ਵੀ ਤਿਆਰ ਕਰ ਕਰਕੇ ਬਹੁਤ ਸਾਰੇ ਲੋਕ ਲਿਆ ਰਹੇ ਨੇ। ਜਿਉਂ ਜਿਉਂ ਦੂਰ ਹੋਤ ਸੁਧ ਗ੍ਰਾਮਣ, ਤਿਉਂ ਤਿਉਂ ਸਿੱਖ ਆਵਤ ਤਜ ਧਾਵਣ। ਜਿਵੇਂ ਜਿਵੇਂ ਮਾਨੋ ਕਿ ਸਤਿਗੁਰਾਂ ਦੇ ਆਉਣ ਦੀ ਖਬਰ ਦੂਰ ਦੂਰ ਤੱਕ ਪਹੁੰਚਦੀ ਹੈ, ਤਿਵੇਂ ਤਿਵੇਂ ਮਾਨੋ ਕਿ ਸਾਰੀਆਂ ਸਿੱਖ ਸੰਗਤਾਂ ਆਪਣੇ ਘਰਾਂ ਨੂੰ ਛੱਡ ਛੱਡ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਰਹੀਆਂ ਹਨ। ਵੱਡੇ ਭਾਗ ਆਪਣੇ ਪਹਿਚਾਨ, ਵੱਡੋ ਲਾਭ ਬਿਨ ਜਤਨ ਪਛਾਨ। ਸਾਰੇ ਦੇ ਸਾਰੇ ਆਪਣੇ ਭਾਗਾਂ ਨੂੰ ਵੱਡਾ ਪਹਿਚਾਣਦੇ ਨੇ। ਵੱਡੋ ਲਾਭ ਬਿਨ ਜਤਨ ਪਛਾਨ, ਸਾਰੇ ਪਛਾਣਦੇ ਨੇ ਕਿ ਥੋੜਾ ਯਤਨ ਕਰਨ ਦੇ ਨਾਲ ਮਾਨੋ ਕਿ ਸਤਿਗੁਰਾਂ ਦੇ ਦਰਸ਼ਨਾਂ ਦਾ ਵੱਡਾ ਜਿਹੜਾ ਲਾਭ ਹੈ ਨਾ ਉਹ ਮਿਲ ਰਿਹਾ। ਜਥਾ ਜਨਮ ਦਾਰਿਦਰੀ ਕੋਏ, ਉਦਮਹੀਨ ਆਲਸੀ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਮਾਨੋ ਕਿ ਕੋਈ ਜਨਮ ਤੋਂ ਦਲਿਦਰੀ ਹੋਵੇ, ਵੱਡਾ ਆਲਸੀ ਹੋਵੇ, ਤਿਸਕੇ ਸਦਨ ਅਚਾਨਕ ਆਵੈ, ਨਵ ਨਿਦਨ ਕੋ ਬੈਠਾ ਪਾਵੈ। ਜਿਵੇਂ ਮਾਨੋ ਕਿ ਜਨਮ ਦਾ ਕੋਈ ਦਲਿਦਰੀ ਹੋਵੇ, ਆਲਸੀ ਹੋਵੇ, ਅਚਾਨਕ ਹੀ ਮਾਨੋ ਕਿ ਉਹਦੇ ਘਰ ਦੇ ਵਿੱਚ 9 ਨਿਧੀਆਂ ਚੱਲ ਕੇ ਆ ਜਾਣ ਤੇ ਕਿਸ ਤਰ੍ਹਾਂ ਦੀ ਖੁਸ਼ੀ ਮਿਲੇਗੀ। ਇਸ ਤਰ੍ਹਾਂ ਦੀ ਮਾਨੋ ਕਿ ਸੰਗਤਾਂ ਨੂੰ ਖੁਸ਼ੀ। ਤਥਾ ਪਰਸ ਪਰ ਭਾਖਤ ਮਿਲ ਕੇ, ਜਨਮ ਲਾਭ ਲਿਓ ਦਰਸ਼ਨ ਚਲ ਕੇ। ਸਾਰੇ ਇੱਕ ਦੂਜੇ ਨੂੰ ਪਰਸਪਰ ਮਿਲ ਕੇ ਇੰਜ ਕਹਿੰਦੇ ਨੇ, ਜਨਮ ਲਾਭ ਲਿਓ ਦਰਸੋ ਚਲ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰੀਏ ਤਾਂ ਕਿ ਸਾਡਾ ਮਨੁੱਖਾ ਜਨਮ ਸਫਲ ਹੋ ਜਾਵੇ। ਹਿਮ ਜਹ ਕਹਿ ਤੇ ਸਿੱਖ ਚਲ ਆਏ, ਅਨਕ ਉਪਾਇਨ ਉਤਮ ਲਿਆਏ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਾਨੋ ਕਿ ਦੂਰੋਂ ਨੇੜਿਓਂ ਬਹੁਤ ਸਾਰੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਨੇ। ਅਨੇਕਾਂ ਪ੍ਰਕਾਰ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਉਹਨਾਂ ਨੇ ਅਰਪਣ ਕੀਤੀਆਂ ਨੇ ਔਰ ਦਰਸ਼ਨ ਕੀਤਾ। ਸੁੰਦਰ ਬਸਤਰ ਅਨੇਕ ਬਿਦਨ ਕੇ, ਅਰਪੈ ਗੁਰ ਆਗੇ ਜੁਤ ਧਨ ਕੇ। ਮਾਤਾ ਭਾਗਪਰੀ ਨੇ ਤੇ ਜਿਹੜਾ ਪੁਸ਼ਾਕਾ ਤਿਆਰ ਕੀਤਾ ਸੀ ਉਹ ਤੇ ਗਲ ਦੇ ਵਿੱਚ ਮਾਨੋ ਕਿ ਸਤਿਗੁਰਾਂ ਨੇ ਪਹਿਨ ਹੀ ਲਿਆ ਹੈ। ਇਸ ਤੋਂ ਇਲਾਵਾ ਹੋਰ ਜਿਹੜੀਆਂ ਸੰਗਤਾਂ ਨੇ ਉਹ ਵੀ ਮਾਨੋ ਕਿ ਸੁੰਦਰ ਬਸਤਰ ਅਨੇਕਾਂ ਪ੍ਰਕਾਰ ਦੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਰਹੀਆਂ ਨੇ ਸਮੇਤ ਧਨ ਦੇ। ਹੋਤ ਦੇਗ ਸਤ ਗੁਰ ਕੀ ਭਾਰੀ, ਕਰ ਆਹਾਰ ਸੰਗਤਾਂ ਸਾਰੀ। ਵੱਡਾ ਜਿਹੜਾ ਸਤਿਗੁਰਾਂ ਦਾ ਲੰਗਰ ਹੈ ਉਹਨੂੰ ਮਾਨੋ ਕਿ ਤਿਆਰ ਕੀਤਾ ਗਿਆ ਹੈ ਔਰ ਸਾਰੀਆਂ ਸੰਗਤਾਂ ਨੂੰ ਭੋਜਨ ਛਕਾਇਆ। ਰਹਿ ਪ੍ਰੇਮ ਬਸ ਸਿਰਿਪਤ ਜੈਸੇ, ਗੁਰੂ ਸਰੂਪ ਤਿਨ ਕੋ ਬਿਦ ਤੈਸੇ। ਇੱਕ ਦੂਜੇ ਨੂੰ ਕਹਿੰਦੇ ਨੇ ਸਾਰੇ ਦੇ ਸਾਰੇ
कि सतगुरु सच्चे पातशाह जी मानो के प्रेम दे वस रहिंदे ने, जिस तरह मानो के भगवान विष्णु रहिंदे ने। गुरु स्वरूप तिनको विदित ऐसे, मानो के गुरु दा जिहड़ा स्वरूप है ना वो भगवान विष्णु दे तुल है। धन गुरु गुर सिख सो धन, जिनके प्रेम गुरु उत्पन। ग्रंथाकार भाई संतोख सिंह जी लिखते ने, धन गुरु है ते धन ही मानो के गुरां दे सिख ने, जिन्हां दे मन दे विच गुरु दा प्रेम उत्पन्न हुंदा है, पैदा हुंदा है। इम कीरत पसरी तिस देश, कर दर्शन पे सिख विशेष। कवि जी लिखते ने कि इस तरीके दे नाल मानो के कश्मीर दे इलाके दे विच सतगुरु सच्चे पातशाह जी दी उज्जवल कीर्ति पसरी है, उन्हां दा जस फैलिया है। कर दर्शन पे सिख विशेष, मानो के दर्शन कर करके होर भी बहुत सारे नवें सिख बने। पग पाहुल ले आनंद होवे, जन्म मरण के संकट खोवे। सतगुरु सच्चे पातशाह जी दे चरणां नूं धो के ਉਹ ਜਿਹੜਾ ਅੰਮ੍ਰਿਤ ਹੈ, ਚਰਨਾ ਅੰਮ੍ਰਿਤ ਜਿਹਨੂੰ ਆਖਿਆ ਜਾਂਦਾ ਹੈ, ਉਹ ਆਨੰਦ ਦੇ ਨਾਲ ਸਾਰੇ ਦੇ ਸਾਰੇ ਗ੍ਰਹਿਣ ਕਰਦੇ ਨੇ ਤੇ ਮਾਨੋ ਕਿ ਸਤਿਗੁਰਾਂ ਦੇ ਸਿੱਖ ਸਜਦੇ ਨੇ। ਕਿਉਂਕਿ ਪਹਿਲੇ ਸਮੇਂ ਦੇ ਵਿੱਚ ਚਰਨਾਂ ਨੂੰ ਧੋ ਕੇ ਉਹ ਜਿਹੜਾ ਪਾਣੀ ਹੈ ਉਹ ਹੀ ਦਿੱਤਾ ਜਾਂਦਾ ਸੀ। ਇਸੇ ਰੀਤੀ ਨੂੰ ਕਰਨ ਦੇ ਨਾਲ ਹੀ ਸਿੱਖ ਪ੍ਰਵਾਨ ਕੀਤਾ ਜਾਂਦਾ ਸੀ। ਆ ਜਿਹੜਾ ਆਪਾਂ ਅੱਜ ਕੱਲ੍ਹ ਅੰਮ੍ਰਿਤ ਛਕਦੇ ਹਾਂ, ਇਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰੀਤੀ ਤੋਰੀ ਹੈ। ਉਸ ਤੋਂ ਪਹਿਲਾਂ ਚਰਨਾ ਅੰਮ੍ਰਿਤ ਹੀ ਦਿੱਤਾ ਜਾਂਦਾ ਸੀ। ਹੁਣ ਕਵੀ ਜੀ ਨੇ ਉਸੇ ਗੱਲ ਦਾ ਪ੍ਰਮਾਣ ਦਿੱਤਾ ਹੈ ਕਿ ਚਰਨਾ ਅੰਮ੍ਰਿਤ ਦਿੱਤਾ ਜਾਂਦਾ ਹੈ, ਆਨੰਦ ਦੇ ਨਾਲ ਲੋਕ ਲੈਂਦੇ ਨੇ ਤੇ ਸਤਿਗੁਰਾਂ ਦੇ ਸ਼ਿਸ਼ ਬਣਦੇ ਨੇ, ਸਿੱਖ ਬਣਦੇ ਨੇ। ਜਨਮ ਮਰਨ ਕੋ ਸੰਕਟ ਖੋਵੇਂ, ਜਨਮ ਤੇ ਮਰਨ ਦਾ ਜਿਹੜਾ ਸੰਕਟ ਹੈ ਨਾ ਸਾਰਿਆਂ ਦਾ ਦੂਰ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਸ਼ਮੀਰ ਦੇ ਵਿੱਚ ਠਹਿਰੇ ਹੋਏ ਨੇ। ਸਾਧ ਸੰਗਤ ਜੀ, ਇਸ ਜਗ੍ਹਾ ਦੇ ਉੱਤੇ ਅਧਿਆਇ ਦੀ ਕਵੀ ਜੀ ਨੇ ਸਮਾਪਤੀ ਕੀਤੀ ਹੈ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविंद हे गुण निदान, जाकै सदा विवेक, हे अपरंपर हर हरे है पी होवनहार, हे संताह कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, याही कुल ते प्रगट होय ताही कुल को नाम, पुन द्वादश गुरिंड को मेरी है पर